सतनाम। धन वाहिगुरु साहिब जीओ। मैं मूर्ख की केतक बात है, कोट पर आदि तरियारे। गुरु नानक जिन सुनिया पेखिया, सिफिर गिरवास ना परियारे। बेशुमार अथाह अगनत अतुल, जो बुलावो त्यों नानक दास बोले। ज्ञान त्यान किस कर्म न जाना, सार ना जाना तेरी। सब ते वड्डा सतगुरु नानक, जिन कल राखी मेरी। धर्मां दे थांडे दरबार, तुझ बिन सुरत करे को मेरी। दर्शन दीजै खोल की बार, हो आया दूरों चल के। मैं तकी तो शरणाई जियो, मैं आशा रखी चित में। मेरा सबो दुख गवाए जियो। सतनाम श्री वाहिगुरु साहिब जी। श्लोक बसंत स्वर्ग लोकै जितते, पृथ्वी नव खंडनै। विसरंत हर गोपालै, नानक ते प्राणी उद्यान भरमणै। बसंत स्वर्ग लोकै जितते, पृथ्वी नव खंडनै। विसरंत हर गोपालै, नानक ते प्राणी उद्यान भरमणै। कौतक कोड़ तमाशया, चेतना आवसनाओ। नानक कोड़ी नरक बराबरे, उजड़ सोई थाओ। जुगो जुग अटल शब्द गुरु धन धन साहिब श्री गुरु ग्रंथ साहिब महाराज जी की पावन पितर हजूरी अंदर जुड़ बैठी गुरु प्यारी गुरु सवारी साध संगत जी, बहुत ही अदब सत्कार सहित सत्कारयोग गुरु घर दे कीर्तनियां पासों आसा की वार रबी बाणी इलाही बाणी का कीर्तन सरवण कर रहे सी। उपरंत सत्कारयोग भाई साहिब जी रसना पासों अज का पवित्र हुक्मनामा साहिब सरवण करिया है। हुक्मनामा साहिब दी विचार दे नाल जुड़न दा यतन करांगे। नाल ही अमृत वेला सच नाउ वडियाई, विचार करमी आवे कपड़ा नदरी मोख द्वार। गुरु साहिब पातशाह महाराज जी ने बख्शिश की है। धन गुरु अर्जन साहब महाराज जी फरमान करते हैं इन्हां श्लोकां दे अंदर। महाराज कहते हैं बसंत स्वर्ग लोकै जितते, पृथ्वी नव खंडनै। बसंत का अर्थ है वसदे हैं वो लोग। कल्पना है स्वर्ग ते नरक दी। ना तो किसी ने स्वर्ग देखिया अज तक, ते ना ही किसी ने नरक देखिया। प्यार नाल आखो सतनाम श्री। मैं पहला भी बेनती की सी कि परमात्मा ने इंसान बनाया है ते इंसान ने भगवान बनाया है। परमात्मा ने भगवान नहीं बनाया। परमात्मा ने केवल इंसान बनाया है और इंसान ने भगवान बनाया है, और उसे भगवान की पूजा वो कर रहा है। स्वर्ग भी मनुख ने बनाया है ते नरक भी मनुख ने बनाया, पर गुरबाणी ना तो स्वर्ग नूं मनदी है और ना ही नरक नूं मनदी है।
ਗੁਰਮਤਿ ਦੀ ਕਸਵੱਟੀ ਇਹ ਕਹਿੰਦੀ ਹੈ ਕਿ ਜੇ ਤੁਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹੋ, ਰੱਬ ਦਾ ਨਾਮ ਜਪ ਰਹੇ ਹੋ, ਤੇ ਤੁਸੀਂ ਸਵਰਗ ਵਿੱਚ ਬੈਠੇ ਹੋ। ਤੇ ਜਿੱਥੇ ਲੜਾਈ ਝਗੜਾ ਹੋ ਰਿਹਾ ਹੈ, ਝੂਠ ਫਰੇਬ ਹੋ ਰਿਹਾ ਹੈ, ਉੱਥੇ ਨਰਕ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਧੇ। ਸੰਤਾਂ ਨੇ ਰੱਦ ਕਰ ਦਿੱਤੇ ਹਨ, ਨਾ ਕੋਈ ਸਵਰਗ ਹੈ ਤੇ ਨਾ ਹੀ ਨਰਕ ਹੈ। ਇਹ ਲਾਲਸਾ ਤੇ ਗੁਰੂ ਨਾਨਕ ਜੀ ਨੇ ਦਿੱਤੀ ਨਹੀਂ ਸਿੱਖ ਨੂੰ। ਸਿੱਖ ਨੂੰ ਗੁਰੂ ਨਾਨਕ ਜੀ ਨੇ ਕਿਹਾ, ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਬੰਦਗੀ ਕਰਦਾ ਤੇ ਤੂੰ ਸਵਰਗ ਵਿੱਚ ਜੀ ਰਿਹਾ। ਅੰਮ੍ਰਿਤ ਵੇਲਾ ਸੱਚ ਨਾਉ ਬਸੰਤ ਮੈਣੇ ਵਸ ਰਿਹਾ ਹੈ। ਕਿਹਦੇ ਵਿੱਚ? ਸਵਰਗ ਵਿੱਚ। ਅੰਮ੍ਰਿਤ ਵੇਲੇ ਰੱਬ ਦੀ ਬਾਣੀ ਪੜ੍ਹ ਰਹੇ ਆ, ਨਾਮ ਜਪ ਰਹੇ ਆ, ਤੇ ਇਹੀ ਸਵਰਗ ਹੈ। ਇਹ ਗੁਰਮਤਿ ਨੇ ਕਲਪਨਾ ਨਹੀਂ ਕੀਤੀ ਗਈ। ਇਹ ਤੇ ਸਨਾਤਨ ਮਤ ਕਹਿੰਦੀ ਹੈ ਕਿ ਸਵਰਗ ਵੀ ਹੈ ਤੇ ਨਰਕ ਵੀ ਹੈ। ਲੋਕਾਂ ਨੂੰ ਝਾਂਸੇ ਦਿੱਤੇ ਜਾਂਦੇ ਕਿ ਤੁਹਾਡਾ ਬਜ਼ੁਰਗ ਜਿਹੜਾ ਮਰਨ ਤੋਂ ਬਾਅਦ ਉਹ ਨਰਕ 'ਚ ਚਲਾ ਜਾਏਗਾ, ਤੇ ਜੇ ਤੁਸੀਂ ਉਹਦੇ ਲਈ ਆਹ 7 ਦਿਨ ਦਾ ਕਿਰਿਆ ਕਰਮ ਕਰੋਗੇ ਤੇ ਉਹ ਸਵਰਗ ਵਿੱਚ ਚਲਾ ਜਾਏਗਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਰੱਦ ਕਰ ਦਿੱਤੇ ਨੇ। ਕਰਮੀ ਆਵੇ ਕੱਪੜਾ, ਕਰਮਾਂ ਦੇ ਨਾਲ ਮਨੁੱਖ ਨੇ ਜਾਣਾ ਹੈ ਰੱਬ ਦੀ ਦਰਗਾਹ ਵਿੱਚ, ਨਾ ਕਿ ਕਿਸੇ ਦੇ ਹਮਨ ਕਰਨ ਦੇ ਨਾਲ, ਨਾ ਕਿ ਕਿਸੇ ਦੇ ਕੁਝ ਪਖੰਡ ਕਰਨ ਦੇ ਨਾਲ। ਉਹ ਗੱਲ ਠੀਕ ਹੈ ਕਿ ਹਰ ਧਰਮ ਦੀ ਆਪਣੀ ਮਹਾਨਤਾ ਹੈ। ਅਸੀਂ ਕਈ ਵਾਰ ਪੜ੍ਹਦੇ ਹਾਂ ਕਿ ਸਵਰਗਵਾਸੀ ਫਲਾਣੇ ਸਿੰਘ ਜੀ ਚਰਨਾਂ 'ਚ ਜਾ ਵਿਰਾਜੇ ਹਨ, ਸਵਰਗਵਾਸੀ ਮਾਤਾ ਜੀ, ਸਵਰਗਵਾਸੀ ਪਿਤਾ ਜੀ। ਤੇ ਇੱਥੇ ਵੀ ਸ਼ਬਦ ਸਵਰਗ ਆ ਰਿਹਾ ਹੈ, ਬਸੰਤ ਸਵਰਗ ਲੋਕੈ ਜਿੱਤ ਤੇ। ਹੁਣ ਸਾਨੂੰ ਥੋੜੀ ਨਾ ਪਤਾ ਕਿ ਉਹ ਸਵਰਗ ਚਲਾ ਗਿਆ ਕਿ ਨਰਕ ਚਲਾ ਗਿਆ। ਇਹ ਤੇ ਕਲਪਨਾ ਹੈ। ਸਾਰਥਿਕ ਸ਼ਬਦ ਸਵਰਗ ਹੈ, ਨਾਰਥਿਕ ਸ਼ਬਦ ਜਿਹੜਾ ਹੈ ਉਹ ਨਰਕ ਹੈ। ਇਸ ਕਰਕੇ ਸਾਰਥਿਕ ਸ਼ਬਦ ਬੋਲੇ ਜਾਂਦੇ ਹਨ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਸੱਚੇ ਪਾਤਸ਼ਾਹ ਮਹਾਰਾਜ, ਜੈਸਰੀ ਮਹਿਲਾ ਵਾਰ ਸ਼ਲੋਕਾਂ ਨਾਲ। ਗਰੀਬ ਨਵਾਜ ਮਹਾਰਾਜ ਕਹਿੰਦੇ ਹਨ, ਜੇ ਪ੍ਰਮਾਤਮਾ ਦੀ ਬੰਦਗੀ ਕਰਨੇ ਆ ਅੰਮ੍ਰਿਤ ਵੇਲੇ ਉੱਠ ਕੇ ਤੇ ਮਾਨੋ ਮਨੁੱਖ ਸਵਰਗ ਵਿੱਚ ਹੈ, ਤਾਂ ਉਹ ਇਹ ਅੱਛੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਆ ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਜਿਹੜਾ ਸਮਾਂ ਬਤੀਤ ਕਰ ਰਹੇ ਹਾਂ, ਅਸੀਂ ਇਹ ਮੰਨ ਲਈਏ ਕਿ ਅਸੀਂ ਸਵਰਗ 'ਚ ਬੈਠੇ ਹੋਏ ਹਾਂ। ਆਖੋ ਸਤਨਾਮ ਸ੍ਰੀ। ਇਹ ਸਵਰਗ ਹੈ। ਤੇ ਜੇ ਅਸੀਂ ਕਹੀਏ ਕਿ ਸਵਰਗ ਨਹੀਂ ਹੈ, ਤੇ ਫਿਰ ਹੋਰ ਸਵਰਗ ਕਿਤੋਂ ਲੱਭਣਾ ਵੀ ਨਹੀਂ ਹੈ, ਕਿਤੇ ਦੁਕਾਨਾਂ ਤੋਂ ਨਹੀਂ ਮਿਲਦਾਗਾ। ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਾ ਵਖੰਡਨੈ। ਕੋਈ ਮਨੁੱਖ ਸਵਰਗ ਵਰਗੇ ਦੇਸ਼ ਵਿੱਚ ਵਸਦਾ ਹੋਵੇ, ਪ੍ਰਿਥਵੀ ਦੇ 9 ਖੰਡਾਂ ਵਿੱਚ ਉਸ ਦਾ ਰਾਜ ਹੋਵੇ, ਉਸਨੇ ਸਾਰੀ ਧਰਤੀ ਨੂੰ ਜਿੱਤ ਲਿਆ ਹੋਵੇ, ਤੇ ਕਹਿੰਦੇ ਸਤਿਗੁਰੂ ਮਹਾਰਾਜ ਕਿ ਅਗਰ ਉਹ ਰੱਬ ਦਾ ਨਾਮ ਨਹੀਂ ਜਪਦਾਗਾ, ਤੇ ਮਾਨੋ ਕਿ ਇੰਨਾ ਰਾਜ ਹੋਣ ਦੇ ਬਾਵਜੂਦ ਵੀ ਸਮਝ ਲੈਣਾ ਕਿ ਉਹ ਮਨੁੱਖ ਜਿਵੇਂ ਜੰਗਲ 'ਚ ਭਟਕ ਰਿਹਾ ਹੈ। ਬਿਸਰੰਤ ਹਰ ਗੋਪਾਲੈ ਨਾਨਕ, ਨਾਨਕ ਤੇ ਵਿਸ਼ਰਾਮ ਹੈ, ਤੇ ਪ੍ਰਾਣੀ ਉਦਿਆਨ ਭਰਮਣੈ। ਨਾਨਕ ਸ਼ਬਦ 3 ਤਰ੍ਹਾਂ ਗੁਰਬਾਣੀ ਵਿੱਚ ਆਉਂਦਾ ਹੈ। ਨਾਨਕ ਦੇ ਕੱਕੇ ਨੂੰ ਔਂਕੜ ਆਏਗੀ, ਨਾਨਕ ਦੇ ਕੱਕੇ ਨੂੰ ਸਿਹਾਰੀ ਆਏਗੀ, ਤੇ ਨਾਨਕ ਕੱਕਾ ਮੁਕਤਾ ਆਏਗਾ, ਤੇ ਨਾਨਕ ਦੇ ਕੱਕੇ ਨੂੰ ਕੰਨਾ ਵੀ ਆਉਂਦਾ ਹੈ। ਇਹਨਾਂ 4 ਸ਼ਬਦਾਂ ਦੇ ਅਰਥ ਅਲੱਗ-ਅਲੱਗ ਹਨ। ਇੱਥੇ ਨਾਨਕ ਸੰਬੋਧਨ ਸ਼ਬਦ ਹੈ, ਇੱਥੇ ਵਿਸ਼ਰਾਮ ਹੈ। ਨਾਨਕ ਭਾਵ ਗੁਰੂ ਨਾਨਕ ਜੀ ਕਹਿ ਰਹੇ ਹਨ, ਕਿਹੜੇ ਸਰੀਰ ਅੰਦਰ, ਕਿਹੜੇ ਮਹਿਲ ਅੰਦਰ? 5ਵੇਂ ਮਹਿਲ ਅੰਦਰ। ਮਹਾਰਾਜ ਕਹਿੰਦੇ ਹਨ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਮਾਨੋ ਕਿ ਉਹ ਜੰਗਲ ਵਿੱਚ ਭਟਕ ਰਿਹਾ ਹੈ, ਸਭ ਕੁਛ ਹੈ। ਭਗਤ ਵਿਲਾਸ ਜੀ ਕਹਿੰਦੇ ਨੇ, ਅਸ਼ਤ ਰਾਜ ਵਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ। ਹੈ ਸਭ ਕੁਛ ਹੈ, ਲੇਕਿਨ ਮਨੁੱਖ ਜਿਹੜਾ ਹੈ ਉਹ ਭਰਮ ਰਿਹਾ ਹੈ। ਅੰਮ੍ਰਿਤ ਵੇਲਾ ਛੁੱਟ ਗਿਆ ਸਾਡੇ ਕੋਲੋਂ, ਅਸੀਂ ਵੀ ਮਾਨੋ ਜੰਗਲ 'ਚ ਹੀ ਜੀ ਰਹੇ ਹਾਂ। ਆਖੋ ਸਤਨਾਮ ਸ੍ਰੀ। ਗੁਰਮੁਖ ਪਿਆਰਿਆਂ ਨਾਲ ਗੱਲ ਹੋ ਰਹੀ ਸੀ, ਕਹਿੰਦੇ ਵੀ ਮੀਡੀਆ ਦਾ ਯੁੱਗ ਐਸਾ ਆਇਆ ਕਿ ਸਾਡੇ ਕੋਲੋਂ ਅੰਮ੍ਰਿਤ ਵੇਲਾ ਚਲਾ ਗਿਆ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੇ ਜਾਗਦੇ ਹਨ ਉਹਨਾਂ ਨੂੰ ਕੋਈ ਸੁਵਾ ਨਹੀਂ ਸਕਦਾਗਾ। ਆਖੋ ਸਤਨਾਮ ਸ੍ਰੀ। ਉਹਨਾਂ ਨੇ ਆਉਣਾ ਹੀ ਆਉਣਾ ਹੈ।
दिन होवे रात होवे, मीह होवे हनेरी होवे। मैनू याद है कि 2004 ਦੇ ਵਿੱਚ ਬੰਬੇ ਸੇਵਾ ਕਰਨ ਦਾ ਮੌਕਾ ਮਿਲਦਾ, ਸਿਰਫ ਇੱਕੋ ਹੀ ਮਾਤਾ ਜੀ ਆਉਂਦੇ ਸੀ ਗੁਰਦੁਆਰੇ, ਕੇਵਲ ਇੱਕ। ਪ੍ਰਕਾਸ਼ ਵੇਲੇ ਵੀ ਕੋਈ ਨਹੀਂ ਹੁੰਦਾ ਸੀ, ਸੁਖ ਆਸਨ ਵੇਲੇ ਸਾਰੇ ਆ ਜਾਂਦੇ ਹਨ। ਮੀਂਹ ਹੋਵੇ ਹਨੇਰੀ ਹੋਵੇ ਕੁਝ ਵੀ ਹੋਵੇ, ਉਹ ਮਾਤਾ ਜੀ ਨੇ ਪਹੁੰਚਣਾ ਹੀ ਪਹੁੰਚਣਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ ਜਿਨ੍ਹਾਂ ਉੱਪਰ। ਕਲਯੁਗ ਦਾ ਪ੍ਰਭਾਵ ਇੰਨਾ ਹੈ ਕਿ ਅੱਜ ਸਾਡੇ ਕੋਲੋਂ ਅੰਮ੍ਰਿਤ ਵੇਲਾ ਜਿਹੜਾ ਹੈ ਦੂਰ ਹੁੰਦਾ ਜਾ ਰਿਹਾ ਹੈ, ਅਸੀਂ ਇਹ ਵੇਸਲੇ ਹੁੰਦੇ ਜਾ ਰਹੇ ਹਾਂ। ਪਰ ਇੱਕ ਗੱਲ ਇਹ ਵੀ ਹੈ ਕਿ ਬਹੁਤਿਆਂ ਕੋਲੋਂ ਅਗਰ ਅੰਮ੍ਰਿਤ ਵੇਲਾ ਜਾ ਰਿਹਾ ਹੈ ਤਾਂ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਮੀਡੀਆ 'ਚ ਵੀ ਤੁਸੀਂ ਸੁਣ ਰਹੇ ਹੋ, ਅੱਜ ਕਿਸੇ ਨੇ ਅੰਮ੍ਰਿਤ ਵੇਲਾ ਸੰਭਾਲਿਆ ਹੈ ਤੇ ਉਹ ਸਿੰਧੀ ਸੰਗਤ ਨੇ ਸੰਭਾਲਿਆ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਤੁਸੀਂ ਗੁਜਰਾਤ ਚਲੇ ਜਾਓ, ਮਹਾਰਾਸ਼ਟਰ ਚਲੇ ਜਾਓ, MP ਚਲੇ ਜਾਓ, ਕਿਤੇ ਜਿੱਥੇ ਵੀ ਸਿੰਧੀ ਸੰਗਤ ਵਸ ਰਹੀ ਹੈ, ਉਹਨਾਂ ਨੇ 3 ਵਜੇ 4 ਵਜੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਆਉਣਾ ਹੀ ਆਉਣਾ ਹੈ। ਦੂਜੀ ਉਦਾਹਰਨ ਤੁਹਾਡੇ ਸਾਹਮਣੇ ਰੱਖਾਂ ਜੰਮੂ ਐਂਡ ਕਸ਼ਮੀਰ ਦੀ, ਉਹ ਵੀ ਸਿੱਖ ਵਸਦੇ ਨੇ ਉੱਥੇ, ਤਾਂ ਸਿੰਧੀ ਸਿੱਖ ਨਹੀਂ ਵਸਦੇਗੇ। ਜੰਮੂ ਐਂਡ ਕਸ਼ਮੀਰ ਦੇ ਅੰਦਰ ਜਿੰਨੇ ਵੀ ਸਿੱਖ ਵਸਦੇ ਹਨ, ਨਿਤਨੇਮ ਦੇ ਅੰਦਰ 150 ਤੋਂ 200 ਸੰਗਤ ਹੁੰਦੀ ਹੈ ਜੀ। ਅੱਜ ਵੀ ਚਲੇ ਜਾਓ ਤੁਸੀਂ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਹਿਲੇ ਦੀਵਾਨ ਦੀ ਅਰਦਾਸ 6:30 ਵਜੇ ਹੋ ਕੇ ਭੋਗ ਪੈ ਜਾਣਾ ਹੈ ਜੀ, ਔਰ ਪਹਿਲੇ ਦੀਵਾਨ ਦੀ ਅਰਦਾਸ ਦੀ ਕਥਾ ਵੀ 5:30 ਵਜੇ ਸ਼ੁਰੂ ਹੁੰਦੀ ਹੈ। ਆਖੋ ਸਤਨਾਮ ਸ੍ਰੀ। ਹੁਣ ਜੇ ਮੈਂ ਕਹਾਂ ਕਿ 10 ਵਜੇ ਮੈਂ ਉੱਠ ਕੇ ਤੇ ਅਰਦਾਸ ਕਰਾਂ ਵੀ ਅੰਮ੍ਰਿਤ ਵੇਲਾ ਸੱਚ ਨਾਉ, ਇਹ ਤਾਂ ਨਹੀਂ ਹੋ ਸਕਦਾਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਕੀ ਹੈ? 4 ਪਹਿਰ ਰਾਤ ਹੈ ਤੇ 4 ਪਹਿਰ ਦਿਨ ਹੈ, ਔਰ ਜਿਹੜਾ ਰਾਤ ਦਾ ਚੌਥਾ ਪਹਿਰ ਹੁੰਦਾ ਹੈ ਉਦੋਂ ਫਿਰ 3 ਤੋਂ 6 ਵਜੇ ਤੱਕ ਦਾ ਅੰਮ੍ਰਿਤ ਵੇਲਾ ਗੁਰਮੁਖਾਂ ਨੇ ਮੰਨਿਆ ਹੈ। ਉਹਦਾ ਭਾਵ ਕੀ ਹੈ? ਵੈਸੇ ਤਾਂ ਅਸੀਂ ਬੈਠੇ ਹੋਏ ਹਾਂ, ਇਹ ਵੀ ਅੰਮ੍ਰਿਤ ਵੇਲਾ ਹੈ, ਪਰ ਉਹ ਇੱਕ ਸਮੇਂ ਦਾ ਅੰਮ੍ਰਿਤ ਵੇਲਾ ਹੈ। ਸਮੇਂ ਨੂੰ ਵੀ ਅੰਮ੍ਰਿਤ ਵੇਲਾ ਕਿਹਾ ਗਿਆ। ਜਿਹੜੀ ਰੁੱਤ ਹੈ, ਮੌਸਮ ਹੈ, ਸੂਰਜ ਚੜ੍ਹਦਾ ਹੈ, ਉਦੋਂ ਆਮ ਲੋਕ ਸੁੱਤੇ ਹੁੰਦੇ ਨੇ ਤੇ ਜਿਹੜੇ ਪਰ ਉਪਕਾਰੀ ਗੁਰਮੁਖ ਜਨ ਨੇ ਕੇਵਲ ਉਹੀ ਜਾਗਦੇ ਨੇ। ਆਮ ਦੁਨੀਆ ਦੀ ਕਾਇਨਾਤ ਜਿਹੜੀ ਹੈ ਸੁੱਤੀ ਹੋਈ ਹੈ ਤੇ ਗੁਰਮੁਖ ਜਨ, ਸਤ ਪੁਰਸ਼ ਗੁਰਮੁਖ ਰੂਹਾਂ ਉੱਠ ਕੇ ਰੱਬ ਦੀ ਬੰਦਗੀ ਕਰਦੀਆਂ ਨੇ। ਉਸ ਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਅਗਰ ਅਸੀਂ ਇਸ ਟਾਈਮ ਅੰਮ੍ਰਿਤ ਬਾਣੀ ਪੜ੍ਹ ਰਹੇ ਹਾਂ ਤਾਂ ਇਹ ਵੀ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਇਹ ਵੀ ਅੰਮ੍ਰਿਤ ਵੇਲਾ ਹੈ। ਜੇ ਅਸੀਂ ਭੋਜਨ ਖਾਂਦੇ ਹਾਂ ਤਾਂ ਜੇ ਰੱਬ ਦਾ ਨਾਮ ਲੈ ਕੇ ਸ਼ੁਕਰਾਨਾ ਕਰਕੇ ਭੋਜਨ ਛਕਦੇ ਹਾਂ ਤੇ ਸਮਝ ਲੈਣਾ ਉਹ ਭੋਜਨ ਵੀ ਅੰਮ੍ਰਿਤ ਹੈ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮੈਂ। ਅਸਲ ਸ਼ਬਦ ਹੈ ਅੰਮ੍ਰਿਤ, ਮ੍ਰਿਤੀ ਤੋਂ ਰਹਿਤ, ਮੌਤ ਤੋਂ ਰਹਿਤ, ਜਿਸ ਨੂੰ ਆਤਮਕ ਮੌਤ ਨਹੀਂ ਆਉਂਦੀਗੀ। ਸਰੀਰਕ ਮੌਤ ਤਾਂ ਸਭ ਨੂੰ ਆਉਂਦੀ ਹੈ। ਇਹ ਵੀ ਅੰਮ੍ਰਿਤ ਵੇਲਾ ਹੈ। ਜਦੋਂ ਅਸੀਂ ਬਾਣੀ ਸੁਣਦੇ ਹਾਂ, ਜਦੋਂ ਅਸੀਂ ਕੀਰਤਨ ਸੁਣਦੇ ਹਾਂ, ਸਾਡੇ ਲਈ ਉਹ ਵੀ ਅੰਮ੍ਰਿਤ ਵੇਲਾ ਹੈ। ਪਰ ਮਰਿਆਦਾ ਦੇ ਹਿਸਾਬ, ਗੁਰੂ ਨਾਨਕ ਦੀ ਬਖਸ਼ਿਸ਼ ਦੇ ਮੁਤਾਬਕ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਉਸ ਨੂੰ ਮੰਨਿਆ ਜਾਂਦਾ ਹੈ ਜਦੋਂ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਗੁਰਮੁਖ ਜਨ, ਸਤ ਪੁਰਸ਼, ਸੰਤ ਜਨ ਰੱਬ ਦੀ ਬੰਦਗੀ ਵਿੱਚ ਜੁੜਦੇ ਹਨ। ਉੱਥੋਂ ਕੀ ਪ੍ਰਾਪਤ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਕਰਮੀ ਆਵੇ ਕੱਪੜਾ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ, ਗੁਰਸਿੱਖ ਜੋਗੀ ਜਾਗਦੇ, ਉਹ ਜੋਗੀ ਹਨ। ਮਾਇਆ ਅੰਦਰ ਕਰਨ ਉਦਾਸੀ। ਗੁਰੂ ਦੇ ਸਿੱਖ ਜਿਹੜੇ ਜੋਗੀ ਹਨ ਉਹ ਜਾਗਦੇ ਹਨ ਔਰ ਉਸ ਅੰਮ੍ਰਿਤ ਵੇਲੇ ਦਾ ਨਾਮ ਰਸ ਪੀਂਦੇ ਹਨ। ਇਹਦੀ ਬਹੁਤ ਮਹਾਨਤਾ ਹੈ। ਤੇ ਸਾਧ ਸੰਗਤ ਜੀ, ਤੁਸੀਂ ਦੇਖਣਾ ਆਮ ਅੰਮ੍ਰਿਤ ਵੇਲੇ ਲੋਕ ਸੁੱਤੇ ਹੁੰਦੇ ਹਨ ਤੇ ਮੈਂ ਤੇ ਉਸ ਮਾਲਕ ਦਾ ਸ਼ੁਕਰਾਨਾ ਕਰਦਾ ਕਿ ਸਾਨੂੰ ਗੁਰੂ ਨਾਨਕ ਜੀ ਨੇ ਆਪਣੇ ਘਰ ਵਿੱਚ ਸਾਨੂੰ ਜਨਮ ਦਿੱਤਾ ਹੈ। ਜਦੋਂ ਅਸੀਂ ਦੂਸਰੀਆਂ ਕੌਮਾਂ ਨੂੰ ਦੇਖਦੇ ਹਾਂ, ਤੁਸੀਂ ਦੇਖਣਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਲੋਕ ਨਸ਼ੇ ਕਰਦੇ ਹਨ। ਕੋਈ ਤਮਾਕੂ ਖਾ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ,
पर इको गुरु नानक जी दे सिख हन जेड़े सवेरे उठ के आखदे ने नानक नाम चढ़दी कला तेरे भाणे सरबत दा भला। साध संगत, मैं पहला भी बेनती कीती सी कि एक भैन जी ने कहा भाई साहब मेरी अरदास करियो, अमृत वेले दीवान च हाजरी भरदे ने सूरत विच, ते कहंदे कृपा करियो ये गुरु नानक जी के चरणों में ये अरदास करना कि अगर मेरा दोबारा कभी जन्म हो, अगर कभी दोबारा जन्म हो तो गुरु नानक महाराज अपने सिखों के घर में जन्म देना। मैं उन्होंने पूछया क्यों? कहंदे हो सकता है कि इस जन्म विच तां मैं अमृत वेले दी संभाल ना कर पाई, अगर गुरु नानक कृपा करके अपने सिखां दे घर विच जन्म दे देवे ते मैं फिर अमृत वेले दी संभाल कर सकां। ये साडी भी मन की भावना होनी चाहिए है। किसी शायर ने बड़ा सोहना कहा, कहंदा मन लोचदा नानक दे मिलन धाई साडे विहड़े भी चरण पाए नानक। साडा भी मन करदा है कि गुरु नानक जी दे दर्शन होण, ते गुरु नानक दे दर्शन जिन्हां ने करने ने उन्हां नूं श्री गुरु ग्रंथ साहिब जी चों गुरु नानक मिल जांदा है। आखो सतनाम श्री। ते असीं किहदे च दर्शन करन लगे होए आ? फोटोआं विचों। असली गुरु नानक दे दर्शन कित्थों होने ने? श्री गुरु, सारे जने बोलो जी, श्री गुरु ग्रंथ साहिब चों। ते सिख कित्थों दर्शन करन लगा होया कि फोटो विचों, क्योंकि प्रचार दा मौका मिलिया ते कई बार सच्चियां गल्लां कौड़ियां हुंदियां ने। ते साध संगत जी, फोटो एक कल्पना है, वो भाई शोभा सिंह ने बनाई सीगी, पर अज ये नहीं कह सकते कि सिखां दे घरां च गुरु नानक दीयां मूर्तियां नहीं हन। मैं तां दिल्ली दे एक गुरुद्वारे च देखिया होया, आखो सतनाम श्री। गुरुद्वारा है स्कूल दा, नाम नहीं लवांगा, दिल्ली दे विच ही है, स्कूल है, उहदे विच ही गुरुद्वारा है, ते उहदे विच गुरु नानक जी दी मूर्ति रखी हुई है। हुण तुसीं आप कर कि इत्थे शब्द दा प्रचार करना है कि मूर्ति दा प्रचार करना है? भाई साहब जी तो रोज कह रहे ने सब सिखन को हुक्म है गुरु मान्यो ग्रंथ, ते अगलियां ने ते लिया के मूर्तियां खड़ियां कर दित्तियां ने। वी शुड रिस्पेक्ट द ऑल रिलीजन बट वी विल बिलीव ऑन गुरु नानक। मैं कहना धर्म कोई माड़ा नहीं है, जे कोई मनदा उन्होंने मनण दे असीं नहीं है, पर साडे पंथ दे अंदर शब्द दी विचार है, मूर्ति दी विचार नहीं है। गुर मूरत गुर शब्द है, गल नूं समझ के जाना। देखो जे तां समझ आए तां ते कथा, नहीं तो रोला ही है, होर कुछ भी नहीं है। जिन्ना रोला पै रहा है, पूरी दुनिया च रोला पै रहा, धर्मां दा आउटपुट की निकल रही है? धर्म दा कथन हो रहा है, धर्म दा प्रचार नहीं हो रहा गा। ईसाई धर्म प्रचार कर रहा है तां उन्हां दी आबादी वध रही है, सिख कौम अपना प्रचार बोलो जी नहीं कर रही गई। सिख कौम अपने धर्म का प्रचार नहीं कर रही, ये हकीकत है। अगर किसी को इतराज होवे समाप्ति तो बाद गल कर रहे हो, मैं तुहानू एविडेंस दे दांगा। अज सिर्फ लोगों को खुश करन दीयां गल्लां तां कीतियां जा रही, लेकिन धर्म का प्रचार नहीं हो रहा। जे सिख कौम धर्म का प्रचार करदी ते तुहाडे बच्चे नौजवान गुरुद्वारियां च बैठे हुंदे, तुहाडीआं बच्चियां गुरुद्वारियां च बैठियां हुंदियां, तुहाडे बच्चे अमर छक के सिंह सजे हुंदे, वो दाड़ियां ना कटदे, और एडीडास दियां टोपियां ना पांदे। धर्म का प्रचार कित्थे हो रहा है? गल्लां धर्म दियां जरूर हो रही ने। मैं भी चाहुंदा मैं तुहानू खुश करदा ते मेरी वाह वाह हो जाएगी, नहीं। अज लोड़ है धर्म के प्रचार की। 12 मई नूं अमर संचार रखिया गया है। जिन्ने सुन रहे हो अपने बच्चों नूं लैके आओ, नौजवानों नूं, भैणां बीबियां बच्चे आउण, अमृत छक के गुरु वाले सिंह सजो। साध संगत, गुरु जी तो सानू कह रहे ने कि तुसी सारा कुछ जित लो, पृथ्वी ते तुहाडा राज हो जावे, तुसी स्वर्ग विच वस जाओ। पर साध संगत, जे तुसी रब नूं ही भुल गए, गुरु नालों ही टुट गए, ते फिर ये सब किस काम दा है? कोठे मंडप माड़ियां, पासों चितवियां, ढठियां कम ना आवणी, विचों सखणियां। असियां महल माड़ियां, गुरुद्वारियां ते लाए सोने किस काम आने ने, जदों साडी नौजवान पीढ़ी ने अमृत छक के गुरु वाले नहीं बनना गा। ये ते धर्म प्रचार लई बनाए सन, लेकिन मकसद कुछ होर बन गया साडा। साध संगत, मैं बेनती करांगा, जदों असीं अमृत संचार की गल करते हैं
कि अमृत छक के गुरु वाले बनो। ते कई संगत कई वीर कहते ने भी बहुते गुरुद्वारियां दे प्रबंधकां ने अमृत नहीं छकिया होयागा। आखो सतनाम श्री। भाई गुरु वाले बनो, प्रबंधकां दे बच्चे अमृत छकण, प्रबंधक आप अमृत छक के गुरु वाले बनन, उन्हां दे बच्चे गुरु वाले बनन, ते कौम अपने आप चढ़दी कला च होएगी। ते साध संगत अज सानू सोचण दी, अज विचारन दी लोड़ है। सतगुरु पातशाह महाराज कहते हैं सब कुछ हुंदियां होया भी अगर असी रब नालों टुट गए तो समझ लो नरक विच जी रहे हैं। अमृत वेला जिन्हां ने संभाल लिया, गुरु नाल जुड़ गए, उन्हां दे जीवन विच दुख नहीं आउंदागा। परमेश्वर दिता बन्ना दुख रोग का डेरा पन्ना। जिन्हां ने गुरु दा लड़ फड़ लिया है, जिन्हां नूं विश्वास है गुर मेरे संग सदा है, नाले सिमर सिमर तिस सदा संभाले। दुख आ जाते हैं, जीवन दे दुख सुख कपड़े बने हैं। कई बार असी रब ते गुरु ते शिकवा कर लग जाते हैं कि मैनू दुख आ गया। पर याद रखो भाई मनी सिंह दा बंद बंद कट्टिया जा रहा, शरीरक दुख कितना होएगा। भाई मती दास दे सीस ते आरा चल रहा, शरीरक दुख कितना होएगा। ये शरीर दा दुख है पर आत्मा दा दुख नहीं है। जेड़े घरां च बैठे ने गुरुद्वारे आना शुरू कर दिओ। जो आनंद तुहानू प्रेजेंट संगत विच मिलेगा वो कल्ले घर विच बैठ के टीवी ते बोलो जी नहीं मिलना। मैं बेनती कर रहा, शिकवा ना करो। बेहिम्मते ने वो लोग, बेहिम्मते ने वो लोग जो शिकवा करन मुकद्दरां दा, उगण वाले तां उग ही पैंदे ने पाड़ के सीना पत्थरां दा। तुसीं शिकवा ना करो, घरों निकल के गुरु घर विच आओ, अमृत वेले नाल जुड़िए। महाराज कहंदे ने अमृत वेला सच नाउ वडियाई विचार। उस करते पुरख दी वडियाई करनी है, उस नाल असीं जुड़ना है। अज तां मनुख शरीर नाल जुड़िया होया है, गुरु नाल नहीं जुड़िया होया। अज जे कोई बहुता नामवार बंदा आ जाए कीर्तनी कथावाचक, लोगों की भीड़ लग जाती है। असी गुरु नाल जुड़ना है, शरीरां नाल नहीं जुड़ना गा। शरीर ते जन्मदे ने मरदे ने, शब्द ना जन्मदा ते ना ही मरदा है। शब्द प्रकाश रहना है। बस यही बिरती नूं दूर करिए, गुरु नाल जुड़िए, गुरु दी बाणी नाल जुड़िए। महाराज कहंदे ने वडियाई विचार करनी उस करते पुरख दी, फिर की प्राप्त होएगा। करमी आवे कपड़ा। तन ते पहनिया कपड़ा बाजार विचों मिलता है। जिहड़ा असीं तन ते कपड़ा पाने आ, ये बाजार चों मिलता है। ते जदों निरंकार दे घर विच जाना है, वो कपड़ा केवल गुरु नानक दे दरबार चों मिलता है, होर कितों नहीं मिलता। करमी आवे कपड़ा, जिन्हां कोल कर्मा रूपी कपड़ा है। धन गुरु नानक साहिब जी कहते हैं नदरी मोख द्वार। जिन्हां कोल कर्मा रूपी कपड़ा है, उन्हां दा ही रब दी दरगाह विच मूँह सोहना होना है। नानक ते मुख उजले केती छुट्टी नाल, हे नानक वो चेहरे बड़े सोहने हन। अज ते हर दुकान शंगार दी बनी हुई है। तुसी बाजारां विच चले जाओ, दुकानां खुलियां ने मनुख नूं सुंदर बनाउण दियां। हर जगह ते खुलियां ने, सुंदर बनाया जा रहा है। पर वो सिर्फ तन की सुंदरता तो दे सकते ने, मन की सुंदरता नहीं दे सकते। बाजार विचों शिंगार मिल सकता है, पर बाजार चो किरदार नहीं मिलता गा। मन की सुंदरता लैनी है तो केवल गुरु नानक जी दे घर चो मिलेगी। आखो सतनाम श्री। अमृत छकना, गुरु वाले बनना, मर्यादा नूं मनना, ये सिख दा कर्म है। अज ते सिखा ने सैलून खोल लेने जी। आखो सतनाम श्री। सच को मिटाओगे मिट जाओगे जहान से, सच को मिटाओगे मिट जाओगे जहान से, डरता नहीं अकाल किसे शहनशाह की शान से। कूड़ निखुटे नानका ओड़क सच रही। सलून नूं तुसी पंजाबी च ट्रांसलेशन करो, कादी दुकान है जी? उच्ची आवाज च बोलो जी। तुसी क्यों डरदे? मैनू नहीं बुलाना, कैमरा ते मेरे ते लगा, तुहाडे ते थोड़ी लगा होया। आखो सतनाम श्री। सिखा ने जी, सिखा ने खोले ने।
सिखां दीआं धीआं ने खोल लेने। सलून नूं पंजाबी च काहदी दुकान कवांगे जी? नाई दी दुकान। ते साध संगत तुसीं हुण आप ही देख लो ये की हो रहा है। शर्म धर्म का डेरा दूर, नानक कूड़ रहा भरपूर। हुण गुरमत की गल कित्थे होनी, फिर सच की गल नहीं होनी। साध संगत भाई गुरदास जी कहते ने किरत विरत कर धर्म दी। गुरु दा सिख किरत धर्म दी करे जेड़ी धर्म दे अनुकूल होवे। साध संगत खट खवालण भाए करे ही। भाई साहब भाई गुरदास जी दे बचन हन। ते फिर जिन्हां ने हुण नाइयां दीयां दुकानां ही खोल लियां होण, वो अमृत छकण दी गल कदे नहीं करनगे, वो कदे अमृत वेले दी गल नहीं करनगे। ते साध संगत सानू गुरु जी ये नहीं सिखांदे कि किसी दा बिजनेस है उन्होंने मुबारक है। मैनू एक फोन आया जी यूपी तो, प्यार नाल आखो सतनाम श्री। कहंदे भाई साहब जी अरदास करनी है। मैं क्या जी जरूर करो। किसी ने दुकान खोली है ते सैलून खोलिया है। हाँ जी हाँ जी। मैनू कहंदे तुसी दसो भाई साहब जी अरदास की करिए। मैं क्या जी अरदास करी, हुण जिन्हें खोलिया ही काम नाई दा है तो उत्थे तुसी की कहोगे जाके? मैं क्या जी तुसी कारोबार दी अरदास ते कर सकदे हो, पर यह नहीं कह सकदे कि भी इहदा काम बहुत चले और है भी सिख। आखो सतनाम श्री। ते दिसंबर च मैं कथा करन लई गया उसे गुरुद्वारे, मैं कह दिता ते उन्होंने बड़ा बुरा लग्या। उन्होंने दोबारा नहीं बुलाया मैनू। कोई गल नहीं जी, नहीं बुलाया तां की होया। साध संगत सच बोलना भी औखा है ते सच सुनना भी बड़ा औखा काम है। अज ये हो रहा है भी अरदास विच की करिए। जे किसी ने नाई दी दुकान खोल ली है भी उहदे च अरदास की करेगा गुरु का सिख? सतगुर पातशाह महाराज गुरु साहब जी सानू कहते हैं सिखां नू सिक्खी दान। अरदास विच मंग करदे ना, सिखां नू सिक्खी दान, केस दान, रहत दान, बबेक दान, विसा दान, भरोसा दान, दाना सिर दान, नाम दान, श्री अमृतसर जी के दर्शन इशनान। असी मंग करते हैं। मैं एक इतिहासिक घटना तुहाडे सामने रखा। प्यार नाल आखो सतनाम श्री। सन 1726 की घटना है। गुरु के सिखा ने बाबा बंदा सिंह बहादुर की शहादत तो बाद आके पंजाब के इलाकों विच अपनी खेती बाड़ी नूं आबाद किया, अपनियां जमीनां संभालियां, परिवारां नूं वापस लाए, हरमंदर साहिब आउण जाण लग पे। जिथे सिखा ने खेती बाड़ी करनी अपनी अमृतसर तरन तारण पट्टी का इलाका, उतों का एक चौधरी सी साहिब राय। सिखा ने अपनी फसल बीजी हुई है खेतों दे विच। साहिब राय चौधरी ने 40 तो 50 घोड़ियां छड्ड के सिखां दी फसल बर्बाद कर देनी। इत्थे गुरु के सिख इकट्ठे हुए, भाई बघेल सिंह, भाई गुरबख्श सिंह ते भाई माछी सिंह। सिखां दे नाम दे भी एक महानता हुंदी सी, नाम दा भी एक अपना मनोविग्यान सीगा। अज ते सिखां दे बच्चियां दे नाम ने पिंकी, मिंकी, टोनी, जोनी, मोनी, इदां दे नाम ने। पहला नाम हुंदा सीगा बघेल सिंह, गुरबख्श सिंह, रणजीत सिंह, निधान सिंह, इदां दे नाम हुंदे सी। अज वो नाम दा महानता नहीं रहेगी। प्यार नाल आखो सतनाम श्री। डॉक्टर सुखप्रीत सिंह जी ने एक बड़ी सोहनी गल लिखी। वो कहंदे मैं सफर कर रहा सी तां एक नौजवान ने मैनू गड्डी च हथ दिता, तां मैं उन्होंने अपनी कार च बिठा लिया। बड़ा जवान सीगा, बॉडी बिल्डर सीगा, ते कहंदे भी उहदे शरीर नू देख के लग रहा सी भी बहुत जवान है ते बड़ी चढ़दी कला वाला सिख है। कहंदे जी मैं उन्होंने नाम पुछया भी सिंगा तेरा नाम की है? कहंदा जी मेरा नाम पिंकी है। कहंदा जिहड़ा उहदा प्रभाव सी उहदे शरीर दा उहदे नाम ने खत्म कर दिता। हुण सम्मन बुरज दे अंदर अबदाली दा पोतरा बैठा है। सम्मन बुरज दे विच अबदाली दा पोतरा बैठा है ते शेरे पंजाब महाराजा रणजीत सिंह आवाज मार के कहंदा है
ਉਹ ਬਾਹਰ ਨਿਕਲ ਅਬਦਾਲੀ ਦਿਆ ਪੋਤਰਾ, ਤੈਨੂੰ ਚੜਤ ਸਿੰਘ ਦਾ ਪੋਤਰਾ ਵੰਗਾਰ ਰਿਹਾ। ਇਹ ਨਾਮ ਦਾ ਮਨੋ ਕਰਨਾ ਹੈ। ਹੁਣ ਇਹ ਤਾਂ ਨਹੀਂ ਕਹਿ ਸਕਦਾਗਾ ਉਹ ਬਾਹਰ ਨਿਕਲ ਅਬਦਾਲੀ ਦਿਆ ਪੋਤਰਿਆ, ਤੈਨੂੰ ਪਿੰਕੀ ਦਾ ਪੋਤਰਾ ਵੰਗਾਰ ਰਿਹਾ ਹੈਗਾ। ਅੱਜ ਨਾਮ ਹੀ ਬਦਲ ਗਏ ਸਾਡੇ। ਮਾਫ ਕਰਨਾ, ਸਿੱਖਾਂ ਨੇ ਆਪਣੀਆਂ ਧੀਆਂ ਦੇ ਨਾਮ ਰੱਖੇ ਨੇ ਜਪਜੀ ਕੌਰ, ਸੁਖਮਨੀ ਕੌਰ। ਇਹ ਗੁਰਬਾਣੀ ਦੇ ਸਿਰਲੇਖ ਨੇ ਜੀ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਇਹਨਾਂ ਚੀਜ਼ਾਂ ਤੋਂ ਵਰਜਿਤ ਕਰੋ। ਧੀਆਂ ਦੇ ਨਾਮਾਂ ਨੂੰ ਨਾਮ ਰੱਖਣਾ ਤੇ ਭਾਈ ਸਾਹਿਬ ਹੁਕਮਨਾਮਾ ਲੈਂਦੇ ਨੇ, ਉਹ ਕੋਈ ਵੀ ਨਾਮ ਰੱਖੋ, ਲੇਕਿਨ ਗੁਰਬਾਣੀ ਦੇ ਸਿਰਲੇਖ ਤੇ ਆਪਣੇ ਬੱਚਿਆਂ ਦੇ ਨਾਮ ਨਾ ਰੱਖੋ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਭਾਈ ਬਘੇਲ ਸਿੰਘ, ਮਾਛੀ ਸਿੰਘ, ਗੁਰਬਖਸ਼ ਸਿੰਘ ਜੀ ਗਏ ਹਨ। ਇਹਨਾਂ ਨੇ ਜਾ ਕੇ ਸਾਹਿਬ ਰਾਏ ਚੌਧਰੀ ਨੂੰ ਆਖਿਆ, ਜਨਾਬ ਤੁਸੀਂ ਘੋੜੀਆਂ ਬੰਨ੍ਹ ਕੇ ਰੱਖੋ, ਸਿੱਖਾਂ ਨੇ ਬੜੀ ਮਿਹਨਤ ਕਰਕੇ ਫਸਲ ਬੀਜੀ ਹੈ, ਤੁਸੀਂ ਖਰਾਬ ਕਰ ਦਿੰਦੇ ਹੋ। ਸਾਹਿਬ ਰਾਏ ਚੌਧਰੀ ਇੰਨਾ ਅਹੰਕਾਰੀ ਸੀ, ਉਸਨੇ ਸਿੱਖਾਂ ਨੂੰ ਕਿਹਾ, ਕਹਿੰਦਾ ਘੋੜੀਆਂ ਬੰਨਣ ਲਈ ਮੇਰੇ ਕੋਲ ਰੱਸੇ ਨਹੀਂ ਹਨ, ਰੱਸੀਆਂ ਨਹੀਂ ਹਨ। ਉਹ ਕਹਿੰਦੇ ਜਨਾਬ ਤੁਸੀਂ ਹਾਕਮ ਹੋ, ਤੁਸੀਂ ਰੱਸੇ ਬਾਜ਼ਾਰ ਚੋਂ ਖਰੀਦ ਲਓ। ਕਹਿੰਦਾ ਨਹੀਂ। ਉਹ ਕਹਿੰਦੇ ਫਿਰ ਰੱਸੇ ਕਿੱਥੋਂ ਮਿਲਣਗੇ? ਕਹਿੰਦਾ ਸਿੱਖਾਂ ਦੇ ਕੇਸ ਮੁੰਨ ਕੇ ਉਹਨਾਂ ਦੇ ਰੱਸੇ ਬਣਾ ਕੇ ਘੋੜੀਆਂ ਬੰਨਣੀਆਂ ਨੇ ਮੈਂ। ਇਹ ਗੱਲ ਆ ਕੇ ਗੁਰੂ ਕੇ ਸਿੱਖਾਂ ਨੇ ਭਾਈ ਤਾਰਾ ਸਿੰਘ ਵਾਂ ਨੂੰ ਦੱਸੀ ਹੈ। ਮੈਂ ਘਟਨਾ ਤੁਹਾਡੇ ਸਾਹਮਣੇ 1726 ਦੀ ਰੱਖਿਆ ਹਾਂ। ਇੱਕ ਹੈ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਖੋਪੜੀ ਲਾਈ ਗਈ ਸੀ, ਇਹ ਹੈ ਭਾਈ ਤਾਰਾ ਸਿੰਘ ਵਾਂ। ਉਹ ਘਟਨਾ 1745 ਦੀ ਹੈ, ਇਹ 1726 ਦੀ ਹੈ। ਸਿੱਖਾਂ ਨੇ ਜਾ ਕੇ ਭਾਈ ਤਾਰਾ ਸਿੰਘ ਵਾਂ ਨੂੰ ਦੱਸਿਆ ਕਿ ਸਾਹਿਬ ਰਾਏ ਚੌਧਰੀ ਨੇ ਸਿੱਖਾਂ ਦੇ ਕੇਸਾਂ ਦੇ ਖਿਲਾਫ ਬੋਲਿਆ। ਸਿੱਖ ਹਰ ਚੀਜ਼ ਬਰਦਾਸ਼ਤ ਕਰ ਸਕਦਾ ਹੈ, ਪਰ ਗੁਰੂ ਦੀ ਦਿੱਤੀ ਹੋਈ ਜਿਹੜੀ ਮੋਹਰ ਹੈ, ਜੋ ਅਰਦਾਸ ਵਿੱਚ ਮੰਗਦੇ ਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਸਾਡੇ ਇੱਕ ਮਨਿਸਟਰ ਦੁਨੀਆ ਤੇ ਨਹੀਂ ਰਹੇ, ਇੱਕ ਅੱਜ ਵੀ ਜਿੰਦੇ ਨੇ, ਨਾਮ ਨਹੀਂ ਲੈਣਾਗਾ। ਉਹਨਾਂ ਨੇ ਕਿਹਾ ਸੀਗਾ ਕਿ ਕੱਛ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਇਹ ਅੱਜ ਵੀ ਜਿੰਦਾ ਇੱਕ ਮਨਿਸਟਰ ਇੱਥੇ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਉਹਨਾਂ ਨੇ ਇਹ ਵੀ ਕਿਹਾ ਸੀ ਵੀ ਸਿੱਖਾਂ ਦੇ ਸਿਰ ਤੇ ਜੂੜੀ ਨਹੀਂ ਰਹਿਣ ਦੇਣੀ, ਭਾਵ ਕੇਸ ਨਹੀਂ ਰਹਿਣ ਦੇਣਗੇ। ਜਦੋਂ ਇਹ ਗੱਲ ਸੁਣੀ ਤਾਂ ਗੁਰੂ ਕੇ ਸਿੱਖਾਂ ਨੂੰ ਭਾਈ ਤਾਰਾ ਸਿੰਘ ਵਾਂ ਨੇ ਕਿਹਾ ਕਿ ਜੇ ਹੁਣ ਇਹ ਘੋੜੀਆਂ ਵੇਚ ਦੇਣ ਛੱਡਣ ਤਾਂ ਤੁਸੀਂ ਵੇਚ ਦਿਓ। ਉਹਨੇ ਘੋੜੀਆਂ ਛੱਡੀਆਂ। ਸਿੱਖਾਂ ਦੀ ਫਸਲ ਵਿੱਚ ਸਿੱਖਾਂ ਨੇ ਘੋੜੀਆਂ ਵੇਚ ਕੇ ਗਰੀਬਾਂ 'ਚ ਲੰਗਰ ਲਾ ਦਿੱਤੇ। ਸਾਹਿਬ ਰਾਏ ਚੌਧਰੀ ਨੂੰ ਬਹੁਤ ਗੁੱਸਾ ਆਇਆ। ਉਸਨੇ ਜਾ ਕੇ ਮੋਮਨ ਖਾਨ ਦੇ ਨਾਲ ਗੱਲ ਕੀਤੀ ਹੈ, ਜੋ ਹਾਕਮ ਸੀਗਾ ਪੱਟੀ ਦਾ। ਮੋਮਨ ਖਾਨ ਨੇ ਆਪਣਾ ਭਤੀਜਾ ਭੇਜਿਆ ਤੇ ਸਿੱਖਾਂ ਦੇ ਡੇਰੇ ਤੇ ਹਮਲਾ ਕੀਤਾ। ਉਸ ਹਮਲੇ ਦੇ ਵਿੱਚ ਮੋਮਨ ਖਾਨ ਦਾ ਭਤੀਜਾ ਮਾਰਿਆ ਗਿਆ ਸਿੱਖਾਂ ਦੇ ਹੱਥੋਂ। ਤੇ ਸਾਧ ਸੰਗਤ, ਉਸ ਵਕਤ ਗੁਰੂ ਕੇ ਸਿੱਖਾਂ ਨੇ ਗੁਰਮਤਾ ਕੀਤਾ। ਅੱਜ ਸਾਡੇ ਗੁਰਮਤੇ ਗੁਰਦੁਆਰਿਆਂ 'ਚ ਨਹੀਂ ਹੁੰਦੇਗੇ। ਆਖੋ ਸਤਨਾਮ ਸ੍ਰੀ। ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਜੇ ਅਸੀਂ ਗੁਰੂ ਦੀ ਹਜ਼ੂਰੀ 'ਚ ਕਥਾ ਕੀਰਤਨ ਲਈ ਬੈਠ ਸਕਦੇ ਹਾਂ ਤੇ ਗੁਰਮਤਾ ਕਰਨ ਲਈ ਵੀ ਬੈਠ ਸਕਦੇ। ਆਪਣੇ ਸੁਝਾਅ ਵੀ ਅਸੀਂ ਦੇ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ। ਸਿੱਖਾਂ ਨੇ ਗੁਰਮਤਾ ਕਰਕੇ ਕਿਹਾ, ਭਾਈ ਤਾਰਾ ਸਿੰਘ ਵਾਂ ਜੀ ਤੁਸੀਂ ਨਗਰ ਛੱਡ ਕੇ ਚਲੇ ਜਾਓ ਤੇ ਤੁਹਾਡੀ ਕੌਮ ਨੂੰ ਬੜੀ ਲੋੜ ਹੈ, ਹੋ ਸਕਦਾ ਮੋਮਨ ਖਾਂ ਹਮਲਾ ਕਰੇਗਾ। ਗੁਰੂ ਕੇ ਸਿੱਖ ਨੇ ਕਿਹਾ, ਬੁਜ਼ਦਲ ਤੇ ਕਾਇਰ ਲੋਕ ਹੁੰਦੇ ਨੇ ਜਿਹੜੇ ਨਗਰ ਛੱਡ ਕੇ ਜਾਂਦੇ ਨੇ। ਗੁਰੂ ਦਾ ਸਿੱਖ ਆਪਣੇ ਗੁਰੂ ਤੇ ਭਰੋਸਾ ਰੱਖਦਾ ਹੈ ਤੇ ਸਿੱਖ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ। ਮੋਮਨ ਖਾਂ 40 ਘੋੜਸਵਾਰ, 100 ਦੇ ਕਰੀਬ ਪੈਦਲ ਤੇ ਕੁਝ ਊਠ ਤੇ ਹਾਥੀ ਲੈ ਕੇ 4 ਵਜੇ ਅੰਮ੍ਰਿਤ ਵੇਲੇ ਹਮਲਾ ਕਰ ਦਿੱਤਾ। ਕਦੇ ਇਤਿਹਾਸ ਪੜ੍ਹਨਾ, ਡਾਕਟਰ ਹਰਜਿੰਦਰ ਸਿੰਘ ਦਲਗੀਰ ਗੋਲਡ ਮੈਡਲਿਸਟ, ਸਿੱਖ ਤਵਾਰੀਖ ਦੇ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ ਵਾਂ। 4 ਵਜੇ ਅੰਮ੍ਰਿਤ ਵੇਲਾ ਜਦੋਂ ਇਹਨਾਂ ਨੇ ਹਮਲਾ ਕੀਤਾ ਤੇ ਗੁਰੂ ਕੇ ਸਿੱਖ ਅੰਮ੍ਰਿਤ ਵੇਲਾ ਸੰਭਾਲਣ ਵਾਲੇ ਸਨ। ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਉੱਠੇ, ਨਿਤਨੇਮ ਕਰ ਰਹੇ ਸਨ। ਬੀਬੀਆਂ ਅੰਮ੍ਰਿਤ ਵੇਲਾ ਸੰਭਾਲ ਰਹੀਆਂ ਸੀ। ਬੀਬੀਆਂ ਵਾਸਤੇ ਉਸ ਸਮੇਂ 2.5 ਫੁੱਟ ਦੀ, 2.5 ਤੋਂ 2 ਫੁੱਟ ਦੀ ਕਿਰਪਾਨ ਪਹਿਨਣਾ ਲਾਜ਼ਮੀ ਸੀ।
ਔਰ ਸਿੱਖਾਂ ਲਈ 3 ਫੁੱਟ ਦੀ ਸ੍ਰੀ ਸਾਹਿਬ ਜ਼ਰੂਰੀ ਸੀ। ਜਿਹੜੀ ਅੱਜ ਸਾਨੂੰ 6 ਇੰਚ ਦੀ ਸ੍ਰੀ ਸਾਹਿਬ ਦਿੱਤੀ ਜਾ ਰਹੀ ਹੈ, ਇਹ ਬ੍ਰਿਟਿਸ਼ ਗਵਰਨਮੈਂਟ ਦੀ ਦੇਣ ਹੈ ਸਿੱਖਾਂ ਲਈ। ਇਹ ਕਿਰਪਾਨ ਨਾ ਫੜ। ਖੈਰ ਦਰਦ ਬਹੁਤ ਹੈ, ਵਲਵਲੇ ਬੜੇ ਨੇ। ਮੈਂ ਆਪਣੇ ਦਾਇਰੇ ਦੇ ਵਿੱਚ ਰਵਾਂਗਾ, ਟੌਪਿਕ ਦੇ ਅੰਦਰ ਰਵਾਂਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਧ ਸੰਗਤ, ਜਦੋਂ ਇਹਨਾਂ ਨੇ ਹਮਲਾ ਕੀਤਾ ਤਾਂ ਉਸ ਵਕਤ ਬੀਬੀਆਂ ਨੇ ਵੀ ਕਿਰਪਾਨਾਂ ਕੱਢ ਲਈਆਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਲੀਗਲੀ ਜਿਹੜਾ ਸਾਡੇ ਸਿੱਖ ਕੌਮ ਦੇ ਲਈ ਹਰ ਗੁਰੂ ਦਾ ਸਿੱਖ ਆਪਣੇ ਘਰ ਸ੍ਰੀ ਸਾਹਿਬ ਰੱਖ ਸਕਦਾ ਹੈ। ਤੇ ਸਿੱਖਾਂ ਦੀ ਹਾਲਤ ਇਦਾਂ ਦੀ ਹੈ, ਦਿੱਲੀ ਦੇ ਵਿੱਚ ਹੀ ਚਲੇ ਜਾਓ ਜਾਂ ਹੋਰ ਦੇਖ ਲਈਏ, ਜੇ ਸਿੱਖ ਨੌਜਵਾਨ ਦੀ ਸਵੇਰੇ ਬਰਾਤ ਚੜ੍ਹਨੀ ਹੋਵੇ ਤੇ ਮਾਂ-ਬਾਪ ਕਹਿੰਦੇ ਨੇ ਗਵਾਂਢੀ ਘਰੋਂ ਕਿਰਪਾਨ ਮੰਗ ਲਿਆਓ। ਸਵੇਰੇ ਉਧਰੋਂ ਬਰਾਤ ਚੜ੍ਹਨੀ ਹੈ ਤੇ ਕਿਰਪਾਨ ਕਿਤੋਂ ਮੰਗੀ ਜਾ ਰਹੀ ਹੈ ਜੀ? ਪੜੋਸੀ ਤੋਂ। ਕਿ ਆਪਾਂ ਕੀ ਕਰਨਾ? 4 ਲਾਵਾਂ ਹੀ ਤੇ ਫੇਰਨੀਆਂ ਨੇ, ਇਹਦੇ ਨਾਲ ਹੋਰ ਇਹਦਾ ਕੀ ਕਰਨਾ ਹੈਗਾ? साध संगत, हमारे पिता तवियों पर बैठे और चरखड़ियों पे चढ़े ना होते। हमारे पिता तवियों पर बैठे और चरखड़ियों पे चढ़े ना होते, नक्शे में हिंदुस्तान और हम हिंदुस्तान में कभी खड़े ना होते। साध संगत, ये बहुत वड्डी देन है। गुरु के सिख अमृत वेला संभालन वाले, बीबियां ने किरपाना कड़ लिया, जंग होया। ਹੁਣ ਮੋਮਨ ਖਾਂ ਸਿੱਖਾਂ ਨੂੰ ਕਹਿ ਰਿਹਾ ਹੈ, ਇਹ ਮਸਲਾ ਹੋਇਆ ਕੇਸਾਂ ਤੋਂ। ਜਿਹੜੇ ਕੇਸਾਂ ਦੇ ਬਾਰੇ ਬੋਲਿਆ ਗਿਆ ਕਿ ਸਿੱਖਾਂ ਦੇ ਕੇਸ ਮੁੰਨ ਕੇ ਰੱਸੇ ਬਣਾ ਕੇ ਘੋੜੀਆਂ ਬੰਨਣੀਆਂ ਹਨ। ਤੇ ਅੱਜ ਅਸੀਂ ਵੀ ਕੇਸਾਂ ਦੀ ਬੇਅਦਬੀ ਕਰ ਰਹੇ ਹਾਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਤੇ ਸਾਧ ਸੰਗਤ, ਅਰਦਾਸ ਵਿੱਚ ਰੋਜ਼ ਮੰਗਦੇ ਹਨ ਹਰ ਗੁਰਦੁਆਰੇ ਸਾਹਿਬ, ਜਿੰਨੇ ਵੀ ਦੁਨੀਆ 'ਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਨੇ, ਉੱਥੇ ਅਰਦਾਸ ਵਿੱਚ ਮੰਗੀ ਇਹ ਹੋ ਰਹੀ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਤੇ ਸਾਧ ਸੰਗਤ, ਜਦੋਂ ਲੜਾਈ ਹੋਈ ਤਾਂ ਮੋਮਨ ਖਾਂ ਕਹਿੰਦਾ ਹੈ ਕਿ ਮੈਂ ਸੁਣਿਆ ਤੁਹਾਡੇ ਵਿੱਚੋਂ ਕੋਈ ਤਾਰਾ ਸਿੰਘ ਵਾਂ ਬੜਾ ਬਹਾਦਰ ਹੈ। ਮੈਂ ਵੀ ਤੇ ਦੇਖਣਾ ਚਾਹੁੰਦਾ ਵੀ ਉਹ ਕਿੱਡਾ ਕਸੂਰ ਮੈਂ ਜਿਹਨੇ ਮਾਂ ਦਾ ਦੁੱਧ ਪੀਤਾ ਹੈ। ਭਾਈ ਬਘੇਲ ਸਿੰਘ ਨੇ ਕਿਹਾ ਤਾਰਾ ਸਿੰਘ ਵਾਂ ਨੂੰ ਕਿ ਮੋਮਨ ਖਾਂ ਤੁਹਾਨੂੰ ਯਾਦ ਕਰ ਰਿਹਾ, ਗੁਰੂ ਕਾ ਸਿੱਖ ਲੜ ਰਿਹਾ ਸੀ ਪਿੱਛੇ। ਗੁਰੂ ਕੇ ਸਿੱਖ ਨੇ ਘੋੜਾ ਭਜਾ ਕੇ ਤੇ ਜਦੋਂ ਮੋਮਨ ਖਾਂ ਨੇ ਲੋਹੇ ਦਾ ਸਨੋ, ਇਉਂ ਸੌਖੇ ਸ਼ਬਦਾਂ 'ਚ ਬਿਆਨ ਕਰਾ ਵੀ ਹੈਲਮਟ ਪਾਇਆ ਹੋਇਆ ਸੀ ਲੋਹੇ ਦਾ, ਭਜਾ ਕੇ ਉਹਨੇ ਨੇਜਾ ਲਿਆ ਕੇ ਵਰਸ਼ਾ ਉਹਦੇ ਮੱਥੇ ਦੇ ਵਿੱਚ ਮਾਰਿਆ। ਤੇ ਫਿਰ ਤਾਰਾ ਸਿੰਘ ਵਾਂ ਨੇ ਕਿਹਾ, ਇਹਨੂੰ ਕਹਿੰਦੇ ਨੇ ਤਾਰਾ ਸਿੰਘ ਵਾਂ ਜਿਹਨੂੰ ਤੂੰ ਯਾਦ ਕਰ ਰਿਹਾ ਸੀ। ਤੇ ਜਦੋਂ ਉਹਦੇ ਸਨੋ ਦੇ ਵਿੱਚ ਨੇਜਾ ਵੱਜਿਆ ਤੇ ਲੋਹੇ ਦਾ ਸਨੋ ਪਟ ਗਿਆ ਤੇ ਅੰਦਰ ਨਿਕਲਿਆ, ਮੱਥੇ 'ਚ ਖੂਨ ਆਉਣ ਲੱਗ ਗਿਆ। ਉਹ ਪਿੱਛੇ ਨੂੰ ਭੱਜਿਆ ਘੋੜਾ ਲੈ ਕੇ। ਜਦੋਂ ਪਿੱਛੇ ਭੱਜਿਆ ਤੇ ਨਾਲ ਉਹਦਾ ਇੱਕ ਜਰਨੈਲ ਸੀ ਤੱਕੀ ਖਾਂ, ਉਹਨੂੰ ਮਜ਼ਾਕ ਕਰਨ ਦੀ ਬੜੀ ਆਦਤ ਸੀ। ਮੋਮਨ ਖਾਂ ਦੇ ਵਰਸ਼ਾ ਵੱਜਿਆ ਤੇ ਸਨੋ ਪਟ ਗਿਆ, ਘੋੜਾ ਲੈ ਕੇ ਪਿੱਛੇ ਨੂੰ ਭੱਜਿਆ, ਉਹਦੇ ਮੂੰਹ 'ਚ ਖੂਨ ਆ ਗਿਆ। ਤੇ ਤੱਕੀ ਖਾਂ ਕਹਿੰਦਾ ਹੈ, ਜਨਾਬ, ਮੋਮਨ ਖਾਂ ਨੂੰ ਮਜ਼ਾਕ ਕਰਕੇ ਕਹਿੰਦਾ ਹੈ, ਜਨਾਬ ਤੁਸੀਂ ਪਾਨ ਖਾ ਰਹੇ ਹੋ? ਕਿਉਂਕਿ ਨੇਜਾ ਵੱਜਿਆ ਤੇ ਮੂੰਹ 'ਚ ਖੂਨ ਆ ਗਿਆ। ਕਹਿੰਦਾ ਜਨਾਬ ਪਾਨ ਖਾ ਰਹੇ ਹੋ? ਕਹਿੰਦਾ ਜਾ ਤੇਰਾ ਪਿਓ ਤਾਰਾ ਸਿੰਘ ਵਾਂ ਬੀੜੇ ਵੰਡ ਰਿਹਾ, ਇੱਕ ਜਾ ਕੇ ਤੂੰ ਵੀ ਲੈ ਆ ਉਹਦੇ ਕੋਲੋਂ ਅੱਗੇ। ਸਤਿ ਸ੍ਰੀ ਅਕਾਲ। ਉੱਥੇ ਗੁਰੂ ਕੇ ਸਿੱਖ ਦੀ ਸ਼ਹੀਦੀ ਹੋਈ, ਲੇਕਿਨ ਇਹ ਗੱਲ ਪਰਨ ਕਰ ਲਈ ਕਿ ਕੋਈ ਸਿੱਖਾਂ ਦੇ ਕੇਸਾਂ ਬਾਰੇ ਬੋਲੇ, ਕੋਈ ਮਰਿਆਦਾ ਬਾਰੇ ਬੋਲੇ, ਉਹ ਬਰਦਾਸ਼ਤ ਨਹੀਂ ਹੋ ਸਕਦਾਗਾ। ਇੱਕ ਕੇਸਾਂ ਦੀ ਗੱਲ ਕਹਿਣ ਦੇ ਉੱਤੇ ਇੰਨੇ ਝਗੜੇ, ਇੰਨੀਆਂ ਲੜਾਈਆਂ, ਇੰਨੀਆਂ ਸ਼ਹਾਦਤਾਂ ਹੋਈਆਂ, ਲੇਕਿਨ ਅੱਜ ਫਿਰ ਅਸੀਂ ਸਮਝਣ ਲਈ ਤਿਆਰ ਨਹੀਂ ਹਾਂ। ਅੱਜ ਲੋੜ ਹੈ ਇਤਿਹਾਸ ਤੋਂ ਸਿੱਖਿਆ ਲੈਣ ਨੌਜਵਾਨ ਪੀੜ੍ਹੀ, ਗੁਰੂ ਘਰਾਂ ਵਿੱਚ ਆਵੇ, ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸਜੋ, ਗੁਰੂ ਵਾਲੇ ਬਣੋ, ਦਸਤਾਰ ਬੰਨੋ। ਤੁਹਾਡੀ ਪਹਿਚਾਣ ਦੁਨੀਆ ਤੇ ਦਸਤਾਰ ਹੈ। 4 ਕੱਕੇ ਭਾਵੇਂ ਹੋਣ ਪੂਰੇ, ਪਰ ਕੇਸਾਂ ਬਾਝ ਨਹੀਂ ਸਿੱਖੀ ਕਿਰਦਾਰ ਬਣਦਾ। ਕੇਸ ਰੱਖ ਕੇ ਸਿੱਖ ਤਾਂ ਬਣ ਸਕਦਾ, ਪਰ ਬੱਜੇ ਪੱਗ ਤੇ ਫੇਰ ਸਰਦਾਰ ਬਣਦਾ। ਬੱਜੇ ਪੱਗ ਤੇ ਫੇਰ ਸਰਦਾਰ ਬਣਦਾ। ਪੱਗ ਵੇਖਣ ਨੂੰ ਟੋਟਾ ਹੈ ਕੱਪੜੇ ਦਾ, ਰੰਗ ਦਈਏ ਤੇ ਹੋਰ ਵੀ ਫੱਬਦਾ ਏ। ਐ ਪਰ ਟੌਰ ਬਣਦਾ ਉਸ ਵੇਲੇ ਜਦੋਂ ਪੱਗ ਬੰਨ ਕੇ ਸਿਰ ਤੇ ਵੱਜਦਾ ਹੈ। ਬਿਨਾਂ ਪੱਗ ਦੇ ਕਾਹਦੀ ਪਹਿਚਾਣ ਹੁੰਦੀ?
ਹੋਵੇ ਆਦਮੀ ਲੱਖ ਹਜ਼ਾਰ ਜਾਂਦਾ, ਲੱਖਾਂ ਵਿੱਚੋਂ ਹੋਵੇ ਇੱਕ ਪੱਗ ਵਾਲਾ। ਲੋਕੀ ਆਖਦੇ ਵੇਖੋ, ਉੱਚੀ ਆਵਾਜ਼ ਬੋਲੋ, ਲੋਕੀ ਆਖਦੇ ਵੇਖੋ ਸਰਦਾਰ ਜਾਂਦਾ। ਇਹ ਪਹਿਚਾਣ ਦਿੱਤੀ ਹੈ। ਆ ਸਾਡੇ ਨੌਜਵਾਨ ਮੁੰਡੇ ਦੇਖਿਆ, ਉਹ ਪਿੱਛੇ ਗੁੱਤਾਂ ਕਰੀ ਫਿਰਦੇ ਨੇ। ਅੱਜ ਆਖੋ ਸਤਨਾਮ ਸ੍ਰੀ। ਸਰਦਾਰਾਂ ਦੇ ਬੱਚਿਆਂ ਨੂੰ ਵੇਖਿਓ, ਟੋਪੀ ਪਾਈ ਹੁੰਦੀ ਤੇ ਪਿੱਛੇ ਗੁੱਤ ਕੀਤੀ ਹੁੰਦੀ ਹੈ। ਹੁਣ ਨਾ ਪਤਾ ਲੱਗ ਰਿਹਾ ਪੁਰਸ਼ ਹੈ ਤੇ ਨਾ ਪਤਾ ਲੱਗਦਾ ਔਰਤ ਹੈ। ਤੇ ਸਾਧ ਸੰਗਤ, ਦਸਤਾਰ ਨੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਹ ਮੈਂ ਬੇਨਤੀ ਕਰ ਰਿਹਾ ਵਾਂ ਆਪਣੇ ਨੌਜਵਾਨ ਬੱਚਿਆਂ ਨੂੰ। ਸਾਧ ਸੰਗਤ, ਗੁਰੂ ਘਰ ਚ ਆਇਆ ਕਰ ਨੌਜਵਾਨ ਬੱਚੇ, ਬੱਚੀਆਂ ਸਾਡੀਆਂ ਧੀਆਂ ਆਉਣ, ਉਹਨਾਂ ਨੂੰ ਪਤਾ ਲੱਗੇ ਇਤਿਹਾਸ ਬਾਰੇ, ਉਹਨਾਂ ਨੂੰ ਪਤਾ ਲੱਗੇ ਨਿਤਨੇਮ ਬਾਰੇ, ਉਹਨਾਂ ਨੂੰ ਪਤਾ ਲੱਗੇ ਅੰਮ੍ਰਿਤ ਵੇਲਾ ਕੀ ਹੈ, ਉਹਨਾਂ ਨੂੰ ਪਤਾ ਲੱਗੇ ਗੁਰਬਾਣੀ ਕੀ ਹੈ, ਕੀਰਤਨ ਕੀ ਹੈ। ਮੈਂ ਇੱਕ ਘਟਨਾ ਤੁਹਾਡੇ ਸਾਹਮਣੇ ਰੱਖਾਂਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਇੱਕ ਬੱਚੀ ਹਰਪ੍ਰੀਤ ਕੌਰ ਹੈ ਲੰਡਨ ਦੀ, ਡਾਕਟਰ ਜੋਗਿੰਦਰ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਭੋਪਾਲ, ਜਿਨ੍ਹਾਂ ਦਾ ਇਹ ਲੇਖ ਲਿਖਿਆ ਹੋਇਆ, ਐਵੀਡੈਂਸ ਤੁਹਾਡੇ ਸਾਹਮਣੇ ਰੱਖ ਦਿੰਦਾ ਵਾ। ਘਟਨਾ ਹੈ ਕਰੀਬਨ 2010 ਦੀ। ਉਹਨਾਂ ਦਾ ਇਹ ਲੇਖ ਲਿਖਿਆ। ਇੱਕ ਲੜਕੀ ਹੈ ਸਿੱਖ ਪਰਿਵਾਰ ਦੀ, ਜਿਹੜੀ ਇੰਗਲੈਂਡ ਯੂਨੀਵਰਸਿਟੀ 'ਚ ਪੜ੍ਹਦੀ ਸੀ, ਲੰਡਨ 'ਚ। ਉਹ ਮਾਂ-ਬਾਪ ਪੈਸੇ ਦੀ ਚਮਕ 'ਚ ਰਹਿ ਗਿਆ। ਆਖਰ ਹੌਲੀ ਹੌਲੀ ਕਰਦਿਆਂ ਉਹਦੇ ਨਾਲ ਇੱਕ ਮੁਸਲਮਾਨ ਲੜਕਾ ਪੜ੍ਹਦਾ ਸੀ, ਜਿਹੜਾ ਕੜਾ ਵੀ ਪਾ ਕੇ ਰੱਖਦਾ ਸੀ ਹੱਥ ਵਿੱਚ। ਉਹ ਜਪਜੀ ਸਾਹਿਬ ਦਾ ਪਾਠ ਵੀ ਕਰਦਾ ਸੀ। ਉਹਨੂੰ ਇੰਨਾ ਭਰਮਾ ਲਿਆ ਲੜਕੀ ਨੂੰ ਕਿ ਉਹਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਣ ਵਾਸਤੇ ਉਸਨੇ ਮਜਬੂਰ ਕਰ ਲਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੁਣ ਮਾਂ-ਬਾਪ ਨੇ ਬਹੁਤ ਮਨਾ ਕੀਤਾ, ਲੇਕਿਨ ਉਹਦੇ ਤੇ ਮਨ ਤੇ ਪ੍ਰਭਾਵ ਇੰਨਾ ਪੈ ਗਿਆ। ਗੁਰਦੁਆਰੇ ਨਾ ਆਉਣ ਦਾ ਕਾਰਨ, ਫਿਰ ਮੈਂ ਬੇਨਤੀ ਕਰਦਾ ਜਿਹੜੇ ਬੱਚੇ ਬੱਚੀਆਂ ਗੁਰਦੁਆਰੇ 'ਚ ਨਹੀਂ ਆਉਂਦੇ, ਉਹਨਾਂ ਦੇ ਦਿਮਾਗ ਤੇ ਕੀ ਅਸਰ ਪੈਂਦਾ ਉਹ ਤੁਹਾਡੇ ਸਾਹਮਣੇ ਰੱਖ ਰਿਹਾ ਵਾਂ। ਇਹ ਜ਼ਿੰਮੇਵਾਰੀ ਜਿਹੜੀ ਹੁੰਦੀ ਬੱਚਿਆਂ ਨੂੰ ਲੈ ਕੇ ਆਉਣ ਦੀ, ਇਹ ਮਾਂ-ਬਾਪ ਦੀ ਹੁੰਦੀ ਹੈ। ਜਦੋਂ ਉਹਦੇ ਤੇ ਪ੍ਰਭਾਵ ਇੰਨਾ ਪਿਆ ਤੇ ਉਹ ਲੜਕੀ ਉਹ ਲੜਕੇ ਦੇ ਨਾਲ ਪਾਕਿਸਤਾਨ ਚਲੀ ਗਈ, ਆਪਣਾ ਬ੍ਰਿਟਿਸ਼ ਪਾਸਪੋਰਟ ਲੈ ਕੇ। 4 ਵਜੇ ਫਲਾਈਟ ਲੈਂਡ ਹੁੰਦੀ ਹੈ। ਉਹ ਲੜਕਾ ਉੱਤੋਂ ਪਾਸਪੋਰਟ ਵੀ ਲੈ ਲੈਂਦਾ ਤੇ ਪੈਸੇ ਵੀ ਲੈ ਲੈਂਦਾ। ਉਹਨੂੰ ਕਹਿੰਦਾ ਤੂੰ ਵੇਟਿੰਗ ਰੂਮ 'ਚ ਬੈਠ ਜਾ, ਮੈਂ ਪਾਕਿਸਤਾਨ ਦੀ ਕਰੰਸੀ ਚੇਂਜ ਕਰਕੇ ਲੈ ਕੇ ਆਉਣਾ। 4 ਵਜੇ ਦਾ ਗਿਆ, 6 ਵੱਜ ਗਏ ਨੇ, 2 ਘੰਟੇ ਹੋ ਗਏ, ਉਹ ਨਹੀਂ ਆਇਆਗਾ। ਲੜਕੀ ਉਹਦਾ ਇੰਤਜ਼ਾਰ ਕਰਦੀ ਰਹੀ। ਫਿਰ ਉਹ ਲੜਕੀ ਨੇ ਜੋ ਬੋਲਿਆ ਉਹ ਡਾਕਟਰ ਜੋਗਿੰਦਰ ਸਿੰਘ ਨੇ ਲਿਖਿਆ। ਉਹ ਲੜਕੀ ਕਹਿੰਦੀ ਹੈ ਕਿ ਤਕਰੀਬਨ 6 ਵਜੇ 7 ਵਜੇ ਇੱਕ ਬਲੈਕ ਰੰਗ ਦੀ ਬਲੈਰੋ ਗੱਡੀ ਆਉਂਦੀ ਹੈ, ਮੈਨੂੰ ਉਹਦੇ 'ਚ ਕੁਝ ਲੋਕ ਬਿਠਾ ਲੈਂਦੇ ਨੇ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਲੜਕਾ ਕਿੱਥੇ ਗਿਆ, ਕਿ ਜਿਹੜਾ ਮੇਰੇ ਨਾਲ ਆਇਆ ਸੀ। ਹੁਣ ਉਹ ਜਿਹੜੇ ਲੋਕ ਉਸ ਨੂੰ ਕਾਰ 'ਚ ਬਿਠਾਉਂਦੇ ਨੇ, ਉਹ ਲੜਕੀ ਨੂੰ ਕਹਿੰਦੇ ਨੇ ਕਿ ਤੈਨੂੰ 4 ਲੱਖ ਰੁਪਏ ਦਾ ਵੇਚ ਕੇ ਚਲਾ ਗਿਆ ਉਹ। ਆਖੋ ਸਤਨਾਮ ਸ੍ਰੀ। ਸਿੱਖਾਂ ਦਾ ਇੱਕ ਮਿਨਿਸਟਰ ਹੈ ਰਾਮੂ ਵਾਲੀਆ, ਤੁਸੀਂ ਕਦੇ ਉਹਨੂੰ ਮਿਲੇ ਹੋ? ਉਹਦੇ ਕੋਲ 300 ਸਿੱਖ ਲੜਕੀਆਂ ਦੇ ਐਵੀਡੈਂਸ ਪਏ ਹੋਏ ਨੇ, ਜਿਹੜੀਆਂ ਪਾਕਿਸਤਾਨ 'ਚ ਫਸੀਆਂ ਹੋਈਆਂ ਨੇ ਅੱਜ ਵੀ। ਅੱਗੇ ਕੀ ਹੋਇਆ, ਆਈ ਕੈਨੋਟ ਐਕਸਪਲੇਨ ਪ੍ਰੋਪਰਲੀ ਦਿਸ ਟੌਪਿਕ। ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰ ਸਕਦਾ। ਗੁਰਦੁਆਰੇ ਸਾਹਿਬ ਦੇ ਅੰਦਰ 18 ਮਹੀਨਿਆਂ ਬਾਅਦ ਉਹ ਲੜਕੀ ਨਿਕਲ ਕੇ ਬ੍ਰਿਟਿਸ਼ ਕਾਉਂਸਲਰ ਕੋਲ ਜਾਂਦੀ ਹੈ ਉਹ। ਤੇ ਜਦੋਂ ਉਹ ਲੰਡਨ ਵਾਪਸ ਪਹੁੰਚਦੀ ਹੈ ਤੇ ਫਿਰ ਉਹ ਆਰਟੀਕਲ 'ਚ ਜਦੋਂ ਡਾਕਟਰ ਸਾਹਿਬ ਨੂੰ ਮਿਲਦੀ, ਉਹ ਲਿਖਦੇ ਨੇ, ਉਹ ਕਹਿੰਦੀ ਕਾਸ਼ ਮੇਰੇ ਮਾਂ-ਬਾਪ, ਚਿਲਡਰਨ ਸ਼ੁੱਡ ਬੀ ਲੁਕਡ ਆਫਟਰ ਬਾਈ ਦੇਅਰ ਪੇਰੈਂਟਸ। ਮਾਂ-ਬਾਪ ਦੀ ਜ਼ਿੰਮੇਵਾਰੀ ਹੈ ਜਿਹੜੇ ਸੁਣ ਰਹੇ ਨੇ। ਕਾਸ਼ ਮੇਰੇ ਮਾਂ-ਬਾਪ ਮੈਨੂੰ ਗੁਰਦੁਆਰੇ ਲੈ ਕੇ ਆਉਂਦੇ, ਮਾਈ ਭਾਗ ਕੌਰ ਦਾ ਇਤਿਹਾਸ ਦੱਸਦੇ, ਬੀਬੀ ਸ਼ਰਨ ਕੌਰ ਦਾ ਇਤਿਹਾਸ ਦੱਸਦੇ, ਮਾਂ ਗੁਜਰੀ ਦਾ ਇਤਿਹਾਸ ਦੱਸਦੇ, ਤੇ ਮੇਰੇ ਜੀਵਨ ਦੀ ਬੇਪੱਤੀ ਨਾ ਹੁੰਦੀ। ਸਾਧ ਸੰਗਤ, ਅੱਜ ਲੋੜ ਹੈ ਸਾਨੂੰ ਗੁਰੂ ਦੇ ਨਾਲ ਜੁੜੀਏ, ਬੱਚਿਆਂ ਨੂੰ ਜੋੜੀਏ, ਤਾਂ ਹੀ ਇਹ ਅੱਛੇ ਸਾਡੇ ਬਜ਼ੁਰਗਾਂ ਨੇ ਮਿਹਨਤ ਕਰਕੇ, ਸੰਗਤਾਂ ਨੇ ਇੰਨੇ ਸੋਹਣੇ ਗੁਰਦੁਆਰੇ ਬਣਾਏ ਨੇ, ਜਿਹਦੇ ਵਿੱਚ ਅਸੀਂ ਆਪਣੀ ਪੀੜ੍ਹੀਆਂ ਨੂੰ ਬਿਠਾਈਏ, ਉਹਨਾਂ ਨੂੰ ਅੰਮ੍ਰਿਤ ਵੇਲੇ ਨਾਲ ਜੋੜੀਏ, ਗੁਰਬਾਣੀ ਨਾਲ ਜੋੜੀਏ, ਉਹਨਾਂ ਨੂੰ ਜੋ ਸਾਡਾ ਇਤਿਹਾਸ ਹੈ ਉਹਦੇ ਨਾਲ ਜੋੜੀਏ, ਤਾਂ ਹੀ ਇਹ ਕੀਤੇ ਪ੍ਰਚਾਰ ਪ੍ਰਸਾਰ ਸਫਲ ਹੋ ਸਕਦੇ ਹਨ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਕਹਿਣ ਲੱਗੇ ਰੱਬ ਦੇ ਨਾਮ ਨੂੰ ਵਿਸਾਰ ਕੇ ਮਨੁੱਖ ਮਾਨੋ ਇਉਂ ਹੈ ਕਿ ਜਿਵੇਂ ਜੰਗਲ ਵਿੱਚ ਭਟਕ ਰਿਹਾ ਹੈ।
ਕੌਤਕ ਕੋੜ ਤਮਾਸ਼ਿਆ ਚੇਤਨਾ ਆਵਸ ਨਾਉ। ਜੀਵਨ ਦੇ ਅੰਦਰ ਰੰਗ ਰਲੀਆਂ ਮਨਾਉਂਦਿਆਂ ਅਨੇਕਾਂ ਤਮਾਸ਼ਿਆਂ ਦੇ ਵਿੱਚ ਮਨੁੱਖ ਫਸ ਜਾਂਦਾ ਹੈ ਤੇ ਉਹਨੂੰ ਰੱਬ ਦਾ ਨਾਮ ਭੁੱਲ ਜਾਂਦਾ ਹੈ। ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ। ਮਹਾਰਾਜ ਕਹਿੰਦੇ ਹਨ ਚੇਤਨਾ ਅਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਕੋੜੀ ਦੇ ਅਰਥ ਦੋ ਹਨ। ਇੱਕ ਕੋੜੀ ਉਹ ਹੁੰਦਾ ਜਿਹਨੂੰ ਸਰੀਰ ਦਾ ਕੋੜ ਹੋਵੇ, ਇੱਕ ਕੋੜੀ ਦਾ ਅਰਥ ਹੁੰਦਾ ਘੋਰ, ਘੋਰ ਨਰਕ, ਭਾਵ ਬਹੁਤ ਡਰਾਵਣਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਹਨ ਉਹਦੇ ਬਰਾਬਰ ਦੀ ਜ਼ਿੰਦਗੀ ਮਨੁੱਖ ਜੀ ਰਿਹਾ, ਉਜੜ ਸੋਈ ਥਾਂ, ਉਜਾੜ ਬੀਆਵਾਨ ਦੀ ਜੀਵਨ ਜੀ ਰਿਹਾ ਹੈ, ਜਿਹੜਾ ਰੱਬ ਦੇ ਨਾਮ ਨੂੰ ਭੁਲਾਈ ਬੈਠਾ, ਜਿਹਨੇ ਅੰਮ੍ਰਿਤ ਵੇਲਾ ਵਿਸਾਰ ਦਿੱਤਾ ਹੈ। ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿ ਲੱਗੇ ਭਾਵੇਂ ਉਹ ਸੁੰਦਰ ਸ਼ਹਿਰ ਵਿੱਚ ਵਸ ਰਿਹਾ ਹੈ, ਪਰ ਮਾਨੋ ਇਉਂ ਹੈ ਕਿ ਉਹ ਉਜਾੜ ਹੈ, ਬੀਆਬਾਨ ਹੈ। ਤੇ ਜਿਸ ਦੇ ਵਿੱਚ ਉਹ ਰਹਿ ਰਿਹਾ ਉਹ ਇਹੀ ਸੋਚ ਰਿਹਾ ਕਿ ਮੈਂ ਸਦਾ ਰਹਿਣਾ ਹੈ। ਇਹੀ ਭਰਮ ਦੇ ਵਿੱਚ ਜਿੰਦਿਆਂ ਹੋਇਆਂ ਉਹ ਰੱਬ ਨਾਲੋਂ ਟੁੱਟ ਜਾਂਦਾ ਹੈ। ਤੇ ਰੱਬ ਨਾਲੋਂ ਟੁੱਟੇ ਹੋਏ ਦਾ ਜੀਵਨ ਫਿਰ ਕੈਸਾ ਹੁੰਦਾ ਹੈ? ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਜੋ ਹੈ ਹੀ ਝੂਠ ਹੈ ਉਹਨੂੰ ਮਨੁੱਖ ਸੱਚ ਸਮਝੀ ਫਿਰਦਾ ਹੈ। ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਮਨੁੱਖ ਕਾਮ ਕ੍ਰੋਧ ਅਹੰਕਾਰ ਦੇ ਵਿੱਚ ਪਾਗਲਾਂ ਤਰ੍ਹਾਂ ਫਿਰ ਰਿਹਾ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜਦੋਂ ਜਮਾਂ ਦੀ ਮਾਰ ਪੈਂਦੀ ਹੈ, ਜਦੋਂ ਦੁੱਖ ਹੁੰਦੇ ਹਨ, ਜਿਹੜਾ ਬੰਦਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾਗਾ, ਉਹਨੂੰ ਤੁਸੀਂ PGI ਏਮਸ ਲੈ ਜਾਇਓ, ਉੱਥੇ ਫਿਰ ਉਹ ਰੱਬ ਰੱਬ ਖੁਦ ਕਰਨ ਲੱਗ ਜਾਂਦਾ ਹੈ। ਲੋਕ ਕਿੱਦਾਂ ਕਰਲਾਉਂਦੇ ਹਨ, ਕਿੱਦਾਂ ਵਿਰਲਾਪ ਕਰਦੇ ਹਨ। ਕਹਿੰਦੇ ਕਾਮ ਤੇ ਕ੍ਰੋਧ ਹੰਕਾਰ ਦੇ ਵਿੱਚ ਮਨੁੱਖ ਕਈ ਵਾਰ ਮਾੜੇ ਬਚਨ ਵੀ ਬੋਲਦਾ ਹੈ। ਆ ਕੱਲ ਮਦਰ ਡੇ ਨਿਕਲਿਆ, ਲੋਕਾਂ ਨੇ ਬੜੀਆਂ ਫੋਟੋਆਂ ਪਾਈਆਂ ਮਾਂ ਦੇ ਨਾਲ, ਬੜੀ ਅੱਛੀ ਗੱਲ ਹੈ। ਪਰ ਕੀ ਇੱਕ ਦਿਨ ਮਾਂ ਨੂੰ ਯਾਦ ਕਰਨ ਦੇ ਨਾਲ ਉਹਦੇ ਕੀਤੇ ਪਰ ਉਪਕਾਰ ਸਾਡੇ ਦੇ ਉੱਪਰ ਅਹਿਸਾਨ ਹੋ ਜਾਣਗੇ, ਪੂਰੇ ਹੋ ਜਾਣਗੇ? ਨਹੀਂ। ਸਾਧ ਸੰਗਤ, ਮਾਂ ਬਾਪ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਮਾਂ ਦੇ ਬੜੇ ਪਰਉਪਕਾਰ ਹਨ। ਆ ਤੁਸੀਂ ਦੇਖੋ ਦਿੱਲੀ 'ਚ, ਪੰਜਾਬ 'ਚ ਅਨਾਥ ਆਸ਼ਰਮ ਭਰੇ ਹੋਏ ਹਨ। ਪੰਜਾਬ ਦੇ ਸਕੂਲ ਦੇ ਵੱਲੋਂ ਬੱਚਿਆਂ ਦਾ ਇੱਕ ਕੈਂਪ ਗਿਆ ਅਨਾਥ ਆਸ਼ਰਮ ਦੇਖਣ ਲਈ। ਟੀਚਰਾਂ ਨੇ ਬੱਚਿਆਂ ਨੂੰ ਗਾਈਡ ਕੀਤਾ ਕਿ ਤੁਹਾਨੂੰ ਅਨਾਥ ਆਸ਼ਰਮ ਦਿਖਾ ਕੇ ਲੈ ਕੇ ਆਉਂਦੇ ਆ ਕਿ ਉਹਦੇ ਵਿੱਚ ਬਜ਼ੁਰਗ ਲੋਕ ਰਹਿੰਦੇ ਨੇ, ਜਿਹੜੇ ਬੱਚੇ ਜਿਹੜੇ ਉਹਨਾਂ ਦੇ ਪੁੱਤਰ ਧੀਆਂ ਕੇਅਰ ਨਹੀਂ ਕਰਦੇ, ਉਹ ਇਹਨਾਂ ਜਗ੍ਹਾਵਾਂ ਤੇ ਰਹਿੰਦੇ ਨੇ, ਤੇ ਵੱਡੇ ਹੋ ਕੇ ਤੁਸੀਂ ਉਹਨਾਂ ਦੀ ਕੇਅਰ ਕਰਨਾ। ਇਦਾਂ ਹੀ ਬੱਚਿਆਂ ਦਾ ਜਿਹੜੇ ਸੀਗੇ ਟੀਚਰ ਨਾਲ ਲੈ ਕੇ ਗਏ, ਉਹਨਾਂ ਨੂੰ ਤਕਰੀਬਨ 50-100 ਬੱਚੇ ਸੀਗੇ, ਪੂਰਾ ਦਿਖਾ ਰਹੇ ਸਨ ਕਮਰੇ, ਇਹ ਤਾਂ ਰਹਿੰਦੇ ਹਨ, ਇਦਾਂ ਰਹਿਣਾ ਸਹਿਣਾ ਹੈ ਬਜ਼ੁਰਗਾਂ ਦਾ ਅਨਾਥ ਆਸ਼ਰਮ 'ਚ। ਹੁਣ ਅਚਾਨਕ ਕੀ ਹੋਇਆ ਕਿ ਇੱਕ ਬੱਚੀ ਹੈ 12 ਤੋਂ 13 ਸਾਲ ਦੀ, ਉਹ ਵੀ ਉੱਥੇ ਗਈ ਅਨਾਥ ਆਸ਼ਰਮ 'ਚ। ਉਹ ਆਪਣੇ ਮਾਂ-ਬਾਪ ਨੂੰ ਪੁੱਛਦੀ ਸੀ ਕਿ ਮੇਰੀ ਦਾਦੀ 4 ਤੋਂ 6 ਮਹੀਨਿਆਂ ਬਾਅਦ ਮਿਲਣ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ। ਉਹਦਾ ਪਿਤਾ ਤੇ ਉਹਦੀ ਮਾਂ ਉਹਨੂੰ ਕਹਿੰਦੇ ਕਿ ਤੇਰੀ ਭੂਆ ਕੋਲ ਰਹਿੰਦੀ ਹੈ ਇਹ। ਅਚਾਨਕ ਜਦੋਂ ਉਹ ਬੱਚੀ ਉਸੇ ਅਨਾਥ ਆਸ਼ਰਮ 'ਚ ਗਈ ਤਾਂ ਉਹਦੀ ਦਾਦੀ ਉੱਥੇ ਝਾੜੂ ਮਾਰ ਰਹੀ ਹੈ। ਉਹਨੇ ਜਦੋਂ ਆਪਣੀ ਦਾਦੀ ਨੂੰ ਮਿਲੀ ਤੇ ਇੱਕ ਦਿਨ ਭੁੱਬਾਂ ਮਾਰ ਕੇ ਰੋਈ। ਉਹ ਕਹਿੰਦੀ ਵੀ ਮਾਂ, ਦਾਦੀ ਮਾਂ ਤੂੰ ਇੱਥੇ? ਉਹ ਕਹਿੰਦੀ ਹਾਂ, ਮੈਨੂੰ ਤੇ 3-4 ਸਾਲ ਹੋ ਗਏ, ਮੈਂ ਇੱਥੇ ਹੀ ਰਹਿੰਦੀ ਆ। ਤੇ ਕਹਿੰਦੇ ਮੇਰੇ ਮੰਮੀ ਪਾਪਾ ਕਹਿੰਦੇ ਨੇ ਕਿ ਤੁਸੀਂ ਭੂਆ ਕੋਲ ਰਹਿੰਦੇ ਹੋ, ਤੁਸੀਂ ਤੇ ਅਨਾਥ ਆਸ਼ਰਮ 'ਚ ਰਹਿ ਰਹੇ ਹੋ। ਤੇ ਸਾਧ ਸੰਗਤ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਜੀਂਦੇ ਜੀ ਵੀ ਮਾਂ ਬਾਪ ਦੀ ਸੇਵਾ ਕਰੋ। ਹੰਕਾਰ ਦੇ ਵਿੱਚ ਬੱਚੇ ਵੀ ਮਾਂ ਬਾਪ ਨੂੰ ਮਾੜਾ ਬੋਲਦੇ ਹਨ ਤੇ ਕਈ ਵਾਰ ਮਾਂ ਬਾਪ ਵੀ ਬੋਲ ਜਾਂਦੇ ਹਨ। ਬੜੀ ਅੱਛੀ ਗੱਲ ਹੈ, ਮਾਂ ਬਾਪ ਦਾ ਦਿਨ ਮਨਾਉਣਾ ਕੋਈ ਬੁਰੀ ਗੱਲ ਨਹੀਂ ਹੈ, ਪਰ ਉਹਨਾਂ ਦੀ ਹਮੇਸ਼ਾ ਸੇਵਾ ਵਿੱਚ ਜੁੜੇ ਰਹਿਣਾ ਇਹੀ ਸਭ ਤੋਂ ਔਖਾ ਕੰਮ ਹੈ। ਜੋ ਮਾਂ ਬਾਪ ਕਰ ਸਕਦੇ ਨੇ ਉਹ ਬੱਚੇ ਨਹੀਂ ਕਰ ਸਕਦੇਗੇ। ਕਾਮ ਕ੍ਰੋਧ ਅਹੰਕਾਰ
ਫਿਰੈ ਦੇਵਾਨਿਆਂ। ਹੰਕਾਰ ਵਿੱਚ ਬੰਦਾ ਪਾਗਲਾਂ ਦੀ ਤਰ੍ਹਾਂ ਕੁਝ ਵੀ ਬੋਲ ਦਿੰਦਾ ਹੈ, ਗੁੱਸੇ ਵਿੱਚ ਆ ਕੇ ਬੋਲੇ ਜਾਂਦੇ ਹਨ ਬੋਲ। ਤੇ ਸਤਿਗੁਰੂ ਜੀ ਕਹਿੰਦੇ ਸਿਰ ਲੱਗਾ ਜਮ ਡੰਡ ਤਾਂ ਪਛੁਤਾਨਿਆ। ਸਿਰ ਦੇ ਵਿੱਚ ਫਿਰ ਜਮਾਂ ਦੀ, ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੈ ਜਮ ਕਾਲ ਸਹੈ। ਸਿਰ ਡੰਡਾ ਹੈ, ਇਹ ਜਮਾਂ ਦੀ ਮਾਰ ਪੈਂਦੀ ਹੰਕਾਰੀ ਬੰਦੇ ਨੂੰ, ਉਹਦਾ ਹੰਕਾਰ ਵੀ ਫਿਰ ਟੁੱਟ ਜਾਂਦਾ ਹੈ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਬਿਨਾਂ ਗੁਰੂ ਤੋਂ ਮਨੁੱਖ ਜਿਹੜਾ ਹੈ ਉਹ ਪਾਗਲਾਂ ਦੀ ਤਰ੍ਹਾਂ, ਹੈਵਾਨੀਅਤ ਦੀ ਤਰ੍ਹਾਂ, ਮੂਰਖਾਂ ਦੀ ਤਰ੍ਹਾਂ ਜ਼ਿੰਦਗੀ ਜਿੰਦਾ ਹੈ। ਉਹਨੂੰ ਸੋਝੀ ਨਹੀਂ ਰਹਿੰਦੀ, ਨਾ ਰੱਬ ਦੀ, ਨਾ ਗੁਰੂ ਦੀ, ਨਾ ਸੰਸਾਰ ਦੀ। ਤੇ ਕਹਿੰਦੇ ਫਿਰ ਉਹ ਹੰਕਾਰ ਦੇ ਪਿੱਛੇ ਬੜੇ ਕਰਮ ਕਰਦਾ ਹੈ। ਉਹ ਇਸੇ ਭਰਮ 'ਚ ਰਹਿੰਦਾ ਹੈ ਕਿ ਜੋ ਮੈਂ ਕਰ ਰਿਹਾ ਉਹ ਅੱਛਾ ਕਰ ਰਿਹਾ। ਜਦੋਂ ਗੁਰੂ ਨਾਲ ਜੁੜ ਜਾਂਦੇ ਹਾਂ ਸਾਨੂੰ ਸਮਝ ਆ ਜਾਂਦੀ ਹੈ। ਬਖਸ਼ਿਸ਼ ਕਰਨ ਗੁਰੂ ਨਾਨਕ ਸਾਹਿਬ, ਕਿਰਪਾ ਕਰਨ, ਸਾਨੂੰ ਗੁਰਬਾਣੀ ਪੜ੍ਹਨ ਦਾ ਬਲ, ਉਦਮ, ਉਤਸ਼ਾਹ ਬਖਸ਼ਿਸ਼ ਕਰਨ। ਅਸੀਂ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੀਏ। ਮੈਂ ਬੇਨਤੀ ਕਰਾਂਗਾ ਜਿੰਨੀ ਸੰਗਤ ਪਹੁੰਚੀ ਹੈ, ਕੱਲ ਵੀ ਸਵੇਰ ਦੇ ਦੀਵਾਨ ਦੀ ਹਾਜ਼ਰੀ ਹੈ, ਆਪ ਜੀ ਨੇ ਜ਼ਰੂਰ ਪਹੁੰਚਣਾ। ਨੌਜਵਾਨਾਂ ਨੂੰ, ਬੱਚੇ ਬੱਚੀਆਂ ਨੂੰ ਬੇਨਤੀ ਹੈ ਉਹ ਵੀ ਆਪਣੇ ਜੀਵਨ ਕਾਲ 'ਚੋਂ ਸਮਾਂ ਕੱਢ ਕੇ ਗੁਰੂ ਨਾਲ ਜੁੜਨ, ਗੁਰੂ ਵਾਲੇ ਬਣੋ, ਅੰਮ੍ਰਿਤ ਛਕ ਕੇ ਸਿੰਘ ਸਜੋ, ਔਰ ਇਹੀ ਅੱਛਾ ਜੀਵਨ ਹੈ। ਸਤਿਗੁਰੂ ਜੀ ਅੱਜ ਦੇ ਪਵਿੱਤਰ ਹੁਕਮਨਾਮੇ 'ਚ ਫਰਮਾਨ ਕਰਦੇ ਹਨ। ਮਹਾਰਾਜ ਕਹਿੰਦੇ ਹਨ ਸਭ ਕੁਝ ਹੁੰਦਿਆਂ ਹੋਇਆਂ ਵੀ ਅਗਰ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ ਤਾਂ ਉਹ ਸਮਝ ਲੈਣਾ ਕਿ ਨਰਕ ਦਾ ਜੀਵਨ ਜੀ ਰਿਹਾ ਹੈ, ਕੋੜੀ ਦਾ ਜੀਵਨ ਜੀ ਰਿਹਾ ਹੈ। ਗੁਰੂ ਵਾਲੇ ਬਣਾਂਗੇ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ। ਸਤਿਗੁਰ ਕਿਰਪਾ ਕਰਨ, ਇਹ ਹਾਜ਼ਰੀ ਪ੍ਰਵਾਨ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।